ਦਾ ਬੁਰਾ ਭਲਾ ਨਹੀਂ ਕਿਹਾ, ਇੱਕ ਦਫਾ ਕਿਸੇ ਦੀ ਗੱਲ ਨਹੀਂ ਕਰ ਰਿਹਾ ਮੈਂ। ਉਹ ਮੈਨੂੰ ਪਤਾ ਬਿਲਾਲ ਭਾਈ ਤੁਹਾਡਾ ਮੈਂ ਕੋਸ਼ਿਸ਼ ਕੀਤੀ ਹੈ ਕਿ ਮੈਂ ਇਸ ਚੀਜ਼ ਨੂੰ ਥੋੜਾ ਜਿਹਾ ਨਾ ਅਵੋਇਡ ਕਰਾਂ। ਨਹੀਂ ਮਸਲਾ ਪਤਾ ਕੀ ਹੈ, ਇਸ ਟਾਈਮ ਜਿਹੜੀ ਪਰਸਨੈਲਿਟੀ ਜਿਹੜੇ ਬਹਿਸ ਸੀ ਨਾ ਤੁਸੀਂ ਮੈਨੇਜ ਕੀਤਾ ਹੈ, ਇਟ ਵਾਸ ਐਡਮਿਰੇਬਲ। ਮਤਲਬ ਤੁਸੀਂ ਉੱਥੇ ਉਹਦੇ ਚ ਕੋਈ ਰੋਲ ਨਹੀਂ, ਮਤਲਬ ਕਿ ਯੂ ਹੈਵ ਡਨ ਵੰਡਰਫੁਲ ਜੌਬ। ਇਸ ਟਾਈਮ ਬਰਾਈ ਸਾਹਿਬ ਇਸ ਟਾਈਮ ਜਿਹੜੀ ਸਪੈਸੀਫਿਕ ਇੱਕ ਪਰਸਨੈਲਿਟੀ ਜਿਹੜੇ ਬਹਿਸ ਸੀ ਨਾ, ਉਹਦੇ ਮਾਮਲੇ ਦੇ ਵਿੱਚ ਬਲਾਲ ਸਾਹਿਬ ਜਿਹੜਾ ਮੇਰੇ ਅੰਦਾਜ਼ੇ ਦੇ ਮੁਤਾਬਿਕ, ਕਿਉਂਕਿ ਮੈਂ ਇਹਨੂੰ ਲਾਈਕ ਵੀ ਕਰਨਾ ਕਿ ਇਹਦੀ ਅੱਛੀ ਗ੍ਰਿਪ ਹੈ ਕਾਫੀ ਟਾਪਿਕਸ ਦੇ ਉੱਤੇ, ਜਿਹੜੇ ਕਾਦੀਆਨੀਆਂ ਦੇ ਨਾਲ ਗੱਲ ਕਰ ਰਿਹਾ ਹੁੰਦਾ ਤੇ ਮੇਰੇ ਤੋਂ ਬਿਹਤਰ ਵੀ ਹੈ, ਮੈਂ ਇਹ ਵੀ ਕਹਿਣਾ ਮੇਰੇ ਤੋਂ ਬਿਹਤਰ ਵੀ ਹੈ। ਲੇਕਿਨ ਇਸ ਮਾਮਲੇ ਦੇ ਵਿੱਚ ਮਾਜ਼ਰਤ ਦੇ ਨਾਲ ਬਲਾਲ ਸਾਹਿਬ ਤੁਸੀਂ ਬੜੇ ਕਮਜ਼ੋਰ ਪਾਏ ਗਏ ਹੋ। ਮਾਜ਼ਰਤ ਦੇ ਨਾਲ ਰਾਜਾ ਸਾਹਿਬ, ਮੈਂ ਕਿਸੇ ਮੁਸਲਮਾਨ ਨੂੰ, ਕਿਸੇ ਬੰਦੇ ਨੂੰ ਮੈਂ ਨਹੀਂ ਕਹਿ ਸਕਦਾ ਕਾਫਰ ਦਾ ਰਸਤਾ ਅਪਣਾ, ਨਹੀਂ ਕਰ ਸਕਦਾ, ਇਹ ਮੇਰੀ ਮਜਬੂਰੀ ਹੈ। ਉਹ ਭਾਈ ਤੁਸੀਂ ਮੁਫਤੀ ਹੈ ਹੀ ਨਹੀਂ, ਤੁਸੀਂ ਕਹਿ ਵੀ ਨਹੀਂ ਸਕਦੇ। ਮੈਂ ਤੇ ਗੱਲ ਇਹ ਕਰ ਰਿਹਾ ਕਿ ਤੁਹਾਡੇ ਕੋਲ ਬਾਕੀ ਜਿੱਥੇ ਮੈਨੂੰ ਜਿਹੜੀ ਗੱਲ ਸੁਣਾਈ ਗਈ ਹੈ। ਸੋਨੀ ਸਾਹਿਬ ਤੁਸੀਂ ਕਮੈਂਟ ਵੀ ਲਿਖਿਆ, ਅਸੀਂ ਕਿਸੇ ਨੂੰ ਨਹੀਂ ਕਹਿ ਰਹੇ ਕਿ ਕੋਈ ਕਾਫਰ ਕਵੇ। ਗਲਤ ਕਮੈਂਟ ਅਗਰ ਸਾਡੇ ਬਾਰੇ ਲਿਖ ਰਹੇ ਹੋ ਤੇ ਪਲੀਜ਼ ਗਲਤ ਲਿਖ ਰਹੇ ਹੋ। ਅਸੀਂ ਨਹੀਂ, ਹਾਂ ਉਸਮਾਨ ਰਿਜ਼ਵੀ ਸਾਹਿਬ ਕਹਿ ਰਹੇ ਸਨ ਟਾਂਗੇ ਖਿੱਚਣਾ ਤੇ ਤਾਂ ਹੋਵੇ ਨਾ, ਜੇ ਤੇ ਅਸੀਂ ਨੂੰ ਕਹੀਏ ਕਿ ਭਾਈ ਤੂੰ ਗੱਲ ਸਹੀ ਨਹੀਂ ਕਰ ਸਕਦਾ, ਤੂੰ ਚੱਲ ਟੁੱਟ ਜਾ। ਬਾਕੀ ਉਹਦੀਆਂ ਜਿੰਨੀਆਂ ਗੱਲਾਂ ਪੇਸ਼ ਕੀਤੀਆਂ ਗਈਆਂ ਨੇ, ਜਦ ਤੱਕ ਹਤਮੀ ਇੱਕ ਗੱਲ, ਕਿਉਂਕਿ ਸਾਡੇ ਉਲਮਾ ਵੀ ਇਹੀ ਕਹਿੰਦੇ ਨੇ ਕਿ ਕਿਸੇ ਇਨਸਾਨ ਦੀ ਕੋਈ ਗੱਲ ਹੈ ਨਾ, ਕੋਈ ਇਬਾਦਤ ਹੈ ਜਾਂ ਕੋਈ ਗੱਲ, ਉਹਦੇ ਚੋਂ 99 ਹਿੱਸੇ ਕੁਫਰ ਦੇ ਨਿਕਲਦੇ ਹੋ। ਇਹ ਮੈਂ ਸੁਣੀ ਹੋਈ ਹੈ, ਕਨਫਰਮ ਹੈ, ਮੇਰਾ ਖਿਆਲ ਹੈ ਇਹ ਮੈਂ ਕਿਤੇ ਕੋ ਸੁਣੀ ਸੀ। ਇੱਕ ਬਰੇਲਵੀ ਆਲਮ ਸਨ, ਮੈਨੂੰ ਹੁਣ ਉਹਨਾਂ ਦਾ ਨਾਮ ਨਹੀਂ, ਬਲਕਿ ਦੂਸਰੇ ਕੋਲ ਕਿ ਉਹਨਾਂ ਦਾ ਕੋਈ ਕਸੂਰ ਹੈ ਉਲਮਾ ਦਾ ਕਿ ਕਿਸੇ ਇਨਸਾਨ ਦੀ ਗੱਲ ਚੋਂ 99 ਹਿੱਸੇ ਕੁਫਰ ਦੇ ਵੀ ਨਿਕਲਦੇ ਹੋਣ, ਇੱਕ ਹਿੱਸਾ ਅਗਰ ਇਮਾਨ ਦਾ ਵੀ ਨਿਕਲਦਾ ਹੋਵੇ ਨਾ, ਤੇ ਅਸੀਂ ਕੋਸ਼ਿਸ਼ ਕਰਾਂਗੇ ਉਹਨੂੰ ਕੁਫਰ ਦੇ ਵਿੱਚ ਦਾਖਲ ਨਾ ਕਰੀਏ। ਇਹ ਪਤਾ ਕਿਸ ਜ਼ਮਨ 'ਚ ਗੱਲ ਹੋਈ ਹੈ, ਇਹਦਾ ਪਤਾ। ਇੱਕ ਮਿੰਟ ਰਾਜ ਭਾਈ, ਇੱਕ ਮਿੰਟ ਰੁਕਿਓ। ਰਾਜ ਭਾਈ ਇੱਕ ਮਿੰਟ ਰੁਕਿਓ, ਇੱਕ ਮਿੰਟ। ਸਾਡਾ ਮੌਕਾ ਹੈ ਹੀ ਨਹੀਂ ਕਿ ਮਿਰਜ਼ਾ ਅਸੀਂ ਕਾਫਰ ਕਰੀਏ, ਤੁਸੀਂ ਕਾਫਰ ਨਹੀਂ। ਬਰਾਜ ਸਾਹਿਬ ਬਾਕੀ ਜਿਹੜੀ ਗੱਲ ਦੀ ਗਲਤ, ਇਹ ਜਿਹੜੀ ਬਿਲਾਲ ਨੇ ਹੁਣ ਗੱਲ ਕੀਤੀ ਹੈ ਨਾ ਬਰਾਜ ਸਾਹਿਬ, ਇਹਨੂੰ ਮੈਂ ਸਮਝਾ ਵੀ ਦੇਵਾਂ ਕਿ ਇਹ ਉਲਮਾ ਨੇ ਕਿਸ ਜ਼ਮਨ 'ਚ ਗੱਲ ਕੀਤੀ ਹੈ। ਇਹ ਉਸ ਜ਼ਮਨ 'ਚ ਗੱਲ ਹੋਈ ਹੈ, ਅਗਰ ਇੱਕ ਉਲਮਾਏ ਹੱਕ ਦੇ ਕੋਲੋਂ ਇੱਕ ਦਫਾ, ਪਹਿਲੀ ਦਫਾ ਅਗਰ ਉਹਦੇ ਮੂੰਹ 'ਚ ਕੋਈ ਐਸਾ ਕਲਮਾ ਕੁਫਰ ਨਿਕਲ ਜਾਏ ਜਿਹਦੇ 'ਚ 99 ਜਿਹੜੇ ਨੇ ਕੁਫਰ ਪਾਏ ਜਾਣ, ਲੇਕਿਨ ਇੱਕ ਉਹਦੇ ਇਸਲਾਮ ਵਾਲਾ ਪਾਇਆ ਜਾਏ, ਤੇ ਉਲਮਾ ਨੇ ਉੱਥੇ ਕਿਹਾ ਹੈ। ਹੁਣ ਇਹ ਨਹੀਂ ਕਿ ਹਰ ਰੋਜ਼ ਉੱਠ ਕੇ ਬੰਦਾ ਇਹੋ ਜਿਹੀ ਗੱਲ ਕਰ ਦੇਵੇ ਤੇ ਉਹਦੇ ਤੇ ਆ ਦੋ ਜੀ 99 ਕੁਫਰ ਪਾਏ ਜਾਣ ਤੇ ਇੱਕ ਇਸਲਾਮ ਪਾਇਆ ਜਾਏ ਤੇ ਇੱਕ ਇਸਲਾਮ ਨੂੰ ਪੜ੍ਹ ਲਓ। ਇੱਕ ਬੰਦੇ ਦਾ ਮਤਲਬ ਰੋਜ਼ ਦਾ ਮਾਮੂਲ ਹੀ ਬਣ ਗਿਆ ਵੇ, ਉਹਦੇ ਬਾਰੇ ਜੇ ਗੱਲ ਨਹੀਂ ਹੈ ਬਲਾਲ ਭਾਈ, ਮਿਰਜ਼ਾ ਇੰਜੀਨੀਅਰ ਦੀ ਤੇ ਮਤਲਬ 100 ਦੇ ਹਿਸਾਬ ਨਾਲ ਪੇਸ਼ ਕਰ ਸਕਣਾ ਮੈਂ ਤੁਹਾਨੂੰ। ਜਿਹੜੀਆਂ ਤੇ ਪਹਿਲੀ ਗੱਲ ਅਗਰ ਤੇ ਮਿਰਜ਼ਾ ਇੰਜੀਨੀਅਰ ਨੇ ਕਿਤੇ ਇੱਕ ਜਗ੍ਹਾ ਤੇ ਐਸੀ ਗੱਲ ਕੀਤੀ ਹੁੰਦੀ ਜਿਹਦੇ 'ਚ 99 ਕੁਫਰ ਹੁੰਦੇ ਤੇ ਇੱਕ ਇਸਲਾਮ ਹੁੰਦਾ, ਠੀਕ ਹੈ ਜੀ, ਕਹਿ ਦਿੰਦੇ। ਹਰ ਦੂਸਰੇ ਦਿਨ ਉੱਠ ਕੇ ਬਕਵਾਸ ਸ਼ੁਰੂ ਕਰ ਦਿੰਦੇ। ਮੇਰੀ ਤੇ ਗੱਲ ਇਹ ਹੈ, ਸੁਣ ਲਓ डॉक्टर डू कह रहे हैं कि दफा करने की बात हो रही है। ਜਿਹੜੀ ਤੁਸੀਂ ਗੱਲ ਕੀਤੀ ਹੈ ਨਾ ਆਲਮੇ ਦੀਨ ਦੇ ਬਾਰੇ ਚ, ਉਲਮਾਏ ਸੁਨਨਤ ਜਾਂ ਉਲਮਾਏ ਹੱਕ, ਉਹ ਉਲਮਾਏ ਹੱਕ ਨੇ ਜਿਹੜੇ ਹਮੇਸ਼ਾ ਹੱਕ ਬਿਆਨ ਕਰਦੇ ਨੇ। ਤੇ ਪਹਿਲੀ ਤੇ ਗੱਲ ਆਰਾਮ ਦਿਓ। ਮੈਂ ਮੇਰਾ ਖਿਆਲ ਹੈ ਕਿ ਮੈਂ ਕੋਈ ਉਹਦਾ ਮੇਰੀ ਰਿਕਾਰਡਿੰਗ ਵੀ ਕੱਢ ਲਈ ਜਾਵੇ ਤੇ ਮੈਂ ਖਿਆਲ ਕੋ 15-20 ਦਫਾ ਤੇ ਮੈਂ ਕਹਿ ਚੁੱਕਿਆ ਕਿ ਇਹ ਗੱਲ ਗਲਤ ਹੈ, ਗੱਲ ਗਲਤ ਹੈ, ਇਹ ਕਹਿ ਚੁੱਕਿਆ। ਮੇਰੀ ਗੱਲ ਕੋਈ ਦਫਾ ਨਹੀਂ ਕੀਤਾ। ਚਲੋ ਹੁੰਦਾ ਸਾਹਿਬ ਤੁਸੀਂ ਗੱਲ ਕਰ। ਨੰਬਰ 2 ਗੱਲ ਇਹ ਹੈ ਸ਼ੁਰੂ ਤੋਂ ਬੈਠੇ ਨਾ ਜੀ, ਕਿਉਂਕਿ ਮੈਂ ਸ਼ੁਰੂ ਤੋਂ ਬੈਠਾ ਤੁਸੀਂ ਨਾਲ ਗੱਲ ਮੇਰੇ ਨਾਲ ਹੀ ਤੁਹਾਡੀ ਸ਼ੁਰੂ ਹੋਈ ਸੀ ਤੇ ਮੈਂ ਉੱਥੋਂ ਅਗਰ ਗੱਲ ਸ਼ੁਰੂ ਕੀਤੀ, ਠੀਕ ਹੈ। ਮੈਂ ਪਤਾ ਨਹੀਂ 3-4 ਦਫਾ ਪਹਿਲਾਂ ਵੀ ਕਹਿ ਚੁੱਕਿਆ ਕਿ ਬਲਾਲ ਭਾਈ ਕਿਸੇ ਗੱਲ ਦਾ ਦਿਫਾ ਕੋਈ ਨਹੀਂ ਲੱਗੇ, ਜਿਹੜੀ ਵੀ ਗਲਤ ਗੱਲ ਹੁੰਦੀ ਹੈ ਦਿਫਾ ਕੋਈ ਨਹੀਂ ਲੱਗੇ। ਉਹ ਜਿਸ ਤਰ੍ਹਾਂ ਬਿਲਾਲ ਭਾਈ ਆਖਿਆ ਕਿ ਹਰ ਗੱਲ ਕੀ ਅਸੀਂ ਡਿਸਕਸ ਕਰਨੇ ਆ ਪਈ, ਜਿਹੜੀ ਉਹਨਾਂ ਦੀ ਗੱਲ ਗਲਤ ਲੱਗਣੀ ਹੈ ਪਈ, ਜਿਹੜੀ ਗੱਲ ਗਲਤ ਹੈ ਉਸकी ਗਲਤ कहने ने पे ਦਿਫਾ ਨਹੀਂ ਤਾਂ ਗੱਲ ਹੀ ਕੋਈ ਨਹੀਂ। ਡਾਕਟਰ ਡੂ ਭਾਈ ਨਹੀਂ, ਉਹ ਹਮਜ਼ਾ ਮਲਿਕ ਸਾਹਿਬ ਤੁਸੀਂ ਅਗੇਨ ਇਮਤਿਆਜ਼ ਸਾਹਿਬ ਵੀ ਆਏ ਨੇ, ਉਹਨਾਂ ਨੇ ਵੀ ਕਿਹਾ 10 ਮਿੰਟ ਸਿਰਫ ਉਹਨਾਂ ਗੱਲ ਸੁਣੀ ਹੈ, ਜਿੰਨੀ ਗੱਲ ਸੁਣੀ ਉਹਦੇ ਤੋਂ ਆਪਣੀ ਰਾਏ ਦੇ ਗਏ ਨੇ। ਵੇਖੋ ਉਹਨਾਂ ਦੀ ਰਾਏ ਮੁਖਤਲਿਫ ਸੀ, ਉਸਮਾਨ ਰਿਜ਼ਵੀ ਦੀ ਰਾਏ ਸੀ ਮੁਖਤਲਿਫ, ਔਰ ਮੇਰੀ ਵੀ ਰਾਏ ਮੁਖਤਲਿਫ ਸੀ ਬਲਾਲ ਸਾਹਿਬ ਤੋਂ। ਹੁਣ ਸੁਹੇਬ ਰਾਜਾ ਸਾਹਿਬ ਆ ਗਏ ਨੇ, ਮੇਰਾ ਖਿਆਲ ਹੈ ਉਹਨਾਂ ਦੀ ਵੀ ਰਾਏ ਬਲਾਲ ਸਾਹਿਬ ਤੋਂ ਮੁਖਤਲਿਫ ਹੈ। ਇੰਨਿਆਂ ਬੰਦਿਆਂ ਦੀ ਰਾਏ ਮੁਖਤਲਿਫ ਹੈ। ਇਹ ਮੁਖਤਲਿਫ ਇਸ ਵਾਸਤੇ ਵੇ ਕਿ ਸਾਡਾ ਇਹ ਬਿਲਕੁਲ ਮੌਕਫ ਹੈ ਵੇ ਕਿ ਇਹ ਇੰਜੀਨੀਅਰ ਸਾਹਿਬ ਦੇ ਵਾਸਤੇ ਇੱਕ ਐਸਕੇਪ ਰੂਟ ਜਿਹੜਾ ਉਹ ਢੂੰਢਦੇ ਨੇ, ਯਾਨੀ ਦਫਾ ਉਹਨਾਂ ਨੂੰ ਇੱਕ ਕੰਫਰਟ। ਅਗਰ ਮੈਂ ਕਰਨਾ ਹੁੰਦਾ ਨਾ, ਸੁਣ ਲਓ, ਅਗਰ ਮੈਂ ਕਰਨਾ ਹੁੰਦਾ ਨਾ ਮੇਰੇ ਕੋਲ 101 ਤਰੀਕੇ ਸੀ। ਅਗਰ ਮੈਂ ਦਿਫਾ ਕਰਨਾ ਹੁੰਦਾ, ਮੇਰਾ ਜ਼ਮੀਰ ਮੈਨੂੰ ਗਵਾਰਾ ਨਹੀਂ ਕਰਦਾ ਕਿ ਮੈਂ ਕਿਸੇ ਗਲਤ ਗੱਲ ਨੂੰ, ਜਿਹੜਾ ਮੇਰਾ ਅੰਦਰ ਜਾਣਦਾ ਕਿ ਗਲਤ ਹੈ, ਜਿਸ ਗੱਲ ਤੇ ਮੈਂ ਜਦ ਤੱਕ ਸੈਟਿਸਫਾਈਡ, ਕਿਉਂਕਿ ਛੋਟਾ ਮੋਟਾ ਮਸਲਾ ਨਹੀਂ ਹੁੰਦਾ ਕਿਸੇ ਇਨਸਾਨ ਦੇ ਬਾਰੇ ਕੋਈ ਐਸੀ ਰਾਏ ਕਾਇਮ ਕਰ ਲੈਣਾ। ਇਹ ਛੋਟਾ ਮੋਟਾ ਮਸਲਾ ਮੇਰੇ ਨਜ਼ਦੀਕ ਨਹੀਂ ਹੈ।
ਔਰ ਨਾ ਮੇਰੇ ਚ ਮੈਂ ਕੋਸ਼ਿਸ਼ ਕਰਦਾ ਹਾਂ ਕਿ ਕਮ ਸੇ ਕਮ ਉਹਦੇ ਕੰਟੈਕਸਟ ਨੂੰ ਸਮਝ ਸਕਾਂ, ਕਿਉਂਕਿ ਮੈਂ ਕਿਤੇ ਗੱਲ ਪੂਰੀ ਸੁਣੀ ਨਹੀਂ ਹੈ। ਜਿੰਨੀਆਂ ਵੀ ਹੁਣ ਗੱਲਾਂ ਮੈਂ ਮੁਕੰਮਲ ਤੇ ਨਹੀਂ ਸੁਣੀਆਂ ਨਾ, ਮੁਕੰਮਲ ਵੀਡੀਓ ਮੈਂ ਨਹੀਂ ਦੇਖੀ। ਡਾਕਟਰ ਡੂ ਨੂੰ ਮਾਈਕ ਤੇ ਦਿਆ ਜੀ ਯਾਰ, ਡਾਕਟਰ ਡੂ ਯਾਰ ਉੱਪਰ ਤਾਂ ਉੱਪਰ ਨੰਬਰ ਤੋਂ ਕਰ ਸਕਦੇ ਹੋ। ਨੰਬਰ ਤੋਂ ਗੱਲ ਇਹ ਹੈ ਕਿ ਮੈਂ ਜਿੰਨੀ ਦਫਾ ਕਹਿ ਸਕਦਾ ਸੀ ਗਲਤ ਮੈਨੂੰ ਕਿਹਾ ਹੈ, ਇਸ ਕੀ ਇਹਨਾਂ ਨੇ ਇਮਤਿਆਜ਼ ਭਾਈ ਲਾਸਟ ਆਏ ਨੇ, ਉਹਨਾਂ ਨੇ ਮੁਕੰਮਲ ਗੱਲ ਹੀ ਸੁਣੀ ਹੈ, ਬਾਕੀ ਤੇ ਸੁਣੀ ਹੈ। ਅਗਰ ਇੱਕ ਗੱਲ ਮੇਰੇ ਜ਼ਿਹਨ ਚ ਕਿ ਇਹ ਗੱਲ ਇਸ ਤਰ੍ਹਾਂ ਵੀ ਅਗਰ ਮੁਕੰਮਲ ਵੀਡੀਓ ਤੇ ਨਹੀਂ ਵੇਖੀ ਤੇ ਕਿਉਂਕਿ ਮੈਂ ਉਹਦੀ ਕੁਝ ਬਿਆਨ ਨਾ ਸੁਣਦਾ ਵੀ ਜਾਂ ਕਾਫੀ ਦਫਾ ਇਹ ਹੁਣ ਜਿਹੜੀ ਗੱਲ ਹੋਈ ਸੀ ਫੋਰਥ। ਅੱਛਾ ਮੈਨੂੰ ਇੱਕ ਗੱਲ ਦੱਸੋ ਬਿਲਾਲ ਭਾਈ ਗੱਲ ਦੱਸੋ, ਤੁਸੀਂ ਵੀ ਇਹ ਕਹਿੰਦੇ ਹੋ ਕਿ ਮੇਰੇ ਸਾਹਮਣੇ ਮਿਰਜ਼ਾ ਇੰਜੀਨੀਅਰ ਦਾ ਕੋਈ ਵਾਜ਼ਿਆ ਕੁਫਰ ਹੈ ਇਹ ਤਾਂ ਕੋਈ ਨਹੀਂ ਹੈ, ਇਹ ਗੱਲ ਤੁਹਾਡੇ ਮੂੰਹ ਚੋਂ ਕੇ ਥੋੜੀ ਦੇਰ ਪਹਿਲੇ ਨਿਕਲੀ ਹੈ ਨਾ, ਅਗਰ ਮੈਂ ਗਲਤ ਨਹੀਂ ਹੈ ਤੁਸੀਂ ਕਹੀ ਹੈ ਨਾ ਗੱਲ। ਫਿਰ ਤੁਸੀਂ ਇੱਕ ਪਾਸੇ ਵੀ ਕਿਹਾ ਕਿ ਹਾਂ ਇਹ ਰਸੂਲ ਅੱਲਾਹ ਸੱਲੱਲਾਹੁ ਅਲੈहि ਵਸੱਲਮ ਨੇ ਗੁਸਤਾਖੀ ਕੀਤੀ ਹੈ, ਰਸੂਲ ਅੱਲਾਹ ਸੱਲੱਲਾਹੁ ਅਲੈहि ਵਸੱਲਮ ਦੀ ਗੁਸਤਾਖੀ ਕੁਫਰ ਨਹੀਂ ਹੈ ਭਾਈ। ਮੈਂ ਇਹ ਤੋਂ ਇਲਾਵਾ ਇਹ ਤੋਂ ਪਹਿਲੀਆਂ ਗੱਲਾਂ ਦੇ ਕਹਿ ਰਿਹਾ ਹਾਂ, ਇਹ ਤੇ ਮੈਂ ਖੁਦ ਛੋੜ ਦੋ, ਬਾਕੀ ਗੱਲਾਂ ਮੈਂ ਸਾਰੀਆਂ ਛੱਡ ਦਿੱਤੀਆਂ ਤੁਹਾਡੀਆਂ, ਬਾਕੀ ਸਾਰੀਆਂ ਕੋਈ ਨਹੀਂ, ਉਹ ਜਿਹੜੀਆਂ ਪਹਿਲੇ ਉਹਨਾਂ ਉਸਮਾਨ ਭਾਈ ਨੇ ਤਾਂ ਸਮਝਾਈਆਂ ਨਾ ਉਹ ਸਾਰੀਆਂ ਸਮਝੋ ਖੂਹ ਕਰਦੇ ਪਾ ਦਿਓ। ਆਖਰੀ ਗੱਲ ਜਿਹੜੀ ਤੁਸੀਂ ਜਿਹਦੇ ਤੇ ਤੁਸੀਂ ਗੁਸਤਾਖੀ ਦਾ ਉਹਦੇ ਤੇ ਫਤਵਾ ਲਗਾਇਆ, ਮੈਂ ਕੋਈ ਫਤਵਾ ਨਾ ਇਹ ਤਾਂ ਮੈਨੂੰ ਕਹੋ ਕਿ ਮੈਂ ਕੋਈ ਫਤਵਾ ਲਾਇਆ ਨਹੀਂ, ਤੁਸੀਂ ਫਤਵਾ ਚਲੋ ਮੈਂ ਸਿਰਫ ਵਜ਼ਾਹਰੀ ਅਲਫਾਜ਼ ਤੇ ਕਹਿ ਰਿਹਾ ਤੁਸੀਂ ਸਾਬਿਤ ਤੁਸੀਂ ਇਹ ਮੰਨੇ ਹੋ ਕਿ ਉਸ ਬੰਦੇ ਦੀ ਇਹ ਗੁਸਤਾਖੀ ਹੈ। ਭਾਈ ਆ ਫਿਰ ਤੁਸੀਂ ਉਹੀ ਗੱਲ ਕਰ ਰਹੇ ਬੰਦਾ ਗੁਸਤਾਖ ਹੈ ਤੁਸੀਂ ਬਾਰ-ਬਾਰ ਕਹਿ ਰਹੇ ਹੋ ਯਾਰ। ਤੁਸੀਂ ਆਪ ਕਿਆ ਹੈ ਬਿਲਕੁਲ ਮੈਂ ਕਹਿ ਰਿਹਾ ਕਿ ਜਿਹੜੇ ਨੇ ਅਲਫਾਜ਼ ਬੋਲੇ ਨੇ ਬਿਲਕੁਲ ਗੁਸਤਾਖੀ ਮੈਨੂੰ ਸਮਝਦਾ ਇਹ ਗੁਸਤਾਖੀ ਹੈ, ਇਹ ਗੁਸਤਾਖ ਹੈ ਬੋਲੇ ਸਹੀ ਗੱਲ ਹੈ। ਜਿਸ ਦਿਨ ਮੁਝ ਕੋ ਗੁਸਤਾਖੀ ਦੇ ਨਿਕਲੇ ਤਾਂ ਗੁਸਤਾਖੀ ਹੈ। ਮੈਂ ਜਿਹੜਾ ਗੁਸਤਾਖ ਹੈ ਉਹ ਕਾਫਰ ਹੈ ਜਾਂ ਨਹੀਂ, ਜਾਂ ਨਹੀਂ ਕਿਸੇ ਮੁਸਲਮਾਨ को भी कम सजा हो सकते हैं ਤੇ ਉਹ ਵੀ ਉਹਦੇ ਤੇ ਵੀ ਇਹ ਫਤਵਾ ਹੈ ਬਿਲਕੁਲ। ਜੇ ਮੁਸਲਮਾਨ ਦੇ ਮੂੰਹ ਚ ਗੁਸਤਾਖੀ ਹੋਏਗੀ ਉਹ ਵੀ ਤੁਸੀਂ ਕਾਫਰ ਕਹਿ ਦਿਓਗੇ ਕਾਫਰ ਕਹਿ ਦਿਓ ਬਿਲਕੁਲ। ਜਿਹੜਾ ਬੰਦਾ ਆਪਣੇ ਮੂੰਹ ਚ ਨਬੀ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਦੀ ਸ਼ਾਨ ਗੁਸਤਾਖੀ ਕਰੇਗਾ ਸਾਡੇ ਨਜ਼ਦੀਕ ਉਹ ਕਾਫਰ ਹੈ। ਉਹ ਤਾਂ ਉਸੇ ਟਾਈਮ ਦਾਰ ਇਸਲਾਮ ਤੋਂ ਫਰਕ ਹੋ ਗਿਆ। ਤੋਬਾ ਕਰ ਲੈ, ਤੋਬਾ ਕਰ ਲੈ ਉਹ ਬੰਦਾ, ਰਜੂ ਕਰ ਲੈ ਯਾਰ, ਗੱਲ ਤਾਂ ਪੂਰੀ ਸੁਣੋ ਨਾ। ਜਿਸ ਲਮਹੇ ਉਹਦੇ ਮੂੰਹ ਚ ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਦੀ ਸ਼ਾਨ ਦੇ ਵਿੱਚ ਕੋਈ ਹਲਕੇ ਅਲਫਾਜ਼ ਨਿਕਲੇ ਗੁਸਤਾਖੀ ਵਾਲੇ, ਉਹ ਬੰਦਾ ਦਾਰ ਇਸਲਾਮ ਤੋਂ ਨਿਕਲ ਗਿਆ। ਨਹੀਂ ਇਦਾਂ ਨਾ ਕਰੋ ਦਾਰਾ ਇਸਲਾਮ ਤੋਂ ਨਾ ਕੱਢੋ ਕਿਸੇ ਬੰਦੇ ਨੂੰ ਬਿਲਾ ਵਜ੍ਹਾ। ਥੋੜੀ ਜਿਹੀ ਕੋਈ ਨਾ ਅਕਲ ਨੂੰ ਹੱਥ ਮਾਰੋ, ਥੋੜਾ ਆਪਣੇ ਇਮਾਨ ਦੀ ਫਿਕਰ ਕਰੋ। ਨਹੀਂ ਯਾਰ ਮੈਂ ਦਾਰ ਇਸਲਾਮ ਤੋਂ ਮੇਰੀ ਗੱਲ ਸੁਣੋ ਮੈਂ ਉਹ ਦਾਇਰਾ ਇਸਲਾਮ ਤੋਂ ਖਾਰਿਜ ਨਾ ਕਹਿ ਸਕਦਾ ਮੈਂ ਤੇ ਨਾ ਮੈਂ ਉਹਨੂੰ ਸਮਝਦਾ। ਬਲਾਲ ਸਾਹਿਬ ਇਹ ਤੁਹਾਡੇ ਮਾਇਕੇ ਵਿੱਚ ਉਹ ਯਾਰ ਗੁਸਤਾਖ ਦੇ ਬਾਰੇ ਦੇ ਵਿੱਚ ਤੇ ਇੰਨੀਆਂ ਸਖਤ ਵਈਦਾਂ ਨੇ ਭਾਈ ਜੀ ਦੀ ਅੱਲਾਹ ਤਾਲਾ ਫਰਮਾਉਂਦਾ ਤੁਸੀਂ ਉਹਨੂੰ ਦਾਇਰਾ ਇਸਲਾਮ ਤੋਂ ਖਾਰਿਜ ਕਰਵਾਉਣਾ ਨਾ, ਸੁਣ ਲਓ ਦਾਇਰਾ ਇਸਲਾਮ ਤੋਂ ਖਾਰਿਜ ਕਰਵਾਉਣਾ ਨਾ, ਇੱਕ ਮਿੰਟ ਸੁਣ ਲਓ ਮੇਰੀ ਗੱਲ। ਤੁਸੀਂ ਏਦਾਂ ਕਹੋ ਤੁਸੀਂ ਨਾ ਕੋਈ ਫਤਵਾ ਲੈ ਆਓ ਮਜਮੂਏ ਉਲਮਾ ਦਾ, ਇਸਲਾਮ ਤੋਂ ਖਾਰਿਜ ਉਹ ਮੁਸਲਮਾਨ ਹੈ ਜੀ। ਤੁਸੀਂ ਫਤਵਾ ਲੈ ਆਵੋ ਕਿ ਗੁਸਤਾਖ ਮੁਸਲਮਾਨ ਹੈ ਕਿਸੇ ਆਲਮੇ ਦੀ। ਭਾਈ ਜੀ ਤੁਸੀਂ ਇਸਾਕ ਜਿਹੜੀਆਂ ਉਹਦੀਆਂ ਗੱਲਾਂ ਨੇ ਇਹ ਦੂਜੇ ਉਲਮਾ ਦੇ ਕੋਲ ਸ਼ਹਿਰ ਨੇ ਸਾਹਿਬ ਦਾ ਫਤਵਾ ਦੇ ਦਿਓ, ਤੁਸੀਂ ਉਹਨਾਂ ਨੂੰ ਆਪਣਾ ਉਸਤਾਦ ਮੰਨਦੇ ਹੋ ਨਾ, ਤੁਸੀਂ ਫਤਵਾ ਲਿਆ ਕੇ ਦੇ ਦਿਓ ਇਸਾਕ ਜਾਲਵੀ ਦੇ ਨਜ਼ਦੀਕ ਜਿਹੜਾ ਬੰਦਾ ਗੁਸਤਾਖ ਹੈ ਉਹ ਮੁਸਲਮਾਨ। ਮੈਂ ਕਹਿੰਦਾ ਵਾਂ ਕਿ ਤੁਸੀਂ ਇੰਜੀਨੀਅਰ ਮੁਹੰਮਦ ਅਲੀ, ਮੈਂ ਤਾਂ ਫਤਵਾ ਦੇਣਾ ਮੇਰਾ ਕੰਮ ਨਹੀਂ ਹੈ। ਮੈਂ ਪਹਿਲੋਂ ਕਹਿ ਚੁੱਕਾ ਤੁਸੀਂ ਮੰਨ ਚੁੱਕੇ ਹੋ ਕਿ ਮੇਰਾ ਕੰਮ ਨਹੀਂ ਹੈ ਫਤਵਾ ਦੇਣਾ, ਤੁਸੀਂ ਮੰਨ ਚੁੱਕੇ ਹੋ। ਤੁਸੀਂ ਇੰਜੀਨੀਅਰ ਮੁਹੰਮਦ ਅਲੀ ਮਿਰਜ਼ਾ ਦੀਆਂ ਇਹ ਗੱਲਾਂ ਦੂਜੇ ਉਲਮਾ ਦੇ ਨੋਟ 'ਚ ਆਏ ਨੇ ਤੇ ਉਹਦੇ ਇਸੇ ਵਾਲੀ ਤੋਂ ਉਲਮਾ ਨੇ ਕੁਫਰ ਦਾ ਫਤਵਾ ਲਾਇਆ ਉਸ ਬੰਦੇ ਦੇ ਉੱਤੇ। ਕੁਫਰ ਦਾ 295 ਸੀ ਉਹਦੇ ਤੇ ਕਿਉਂ ਲੱਗੀ ਹੋਈ ਹੈ? ਦਾਇਰਾ ਇਸਲਾਮ ਤੋਂ ਖਾਰਿਜ ਨਾ ਉਹ ਬੰਦਾ। ਇਸ ਟਾਈਮ ਉਹ ਬੰਦਾ ਜੇਲ੍ਹ 'ਚ ਕਿਉਂ ਹੈ? 295 ਸੀ ਦੇ ਮੁਕੱਦਮੇ ਦੇ ਵਿੱਚ ਕਿਉਂ ਹੈ? ਉਹ ਤੇ ਮੁਕੱਦਮਾ ਮੈਂ ਨਹੀਂ ਮੁਕੰਮਲ ਸੁਣਿਆ, ਮੈਨੂੰ ਮੈਂ ਉਹ ਤੇ ਸਿਰਫ ਉਸ ਦੇ ਬਾਰੇ ਦੇ ਯਾਰ ਨਹੀਂ ਸੁਣਿਆ ਨਾ। ਨਜ਼ਰਿਆਤੀ ਕੌਂਸਲ ਨੇ ਉਹਦੇ ਉੱਤੇ ਜਿਹੜਾ ਇਹ ਫਤਵਾ ਲਾਇਆ ਹੈ ਕੁਫਰ ਦਾ ਮਿਰਜ਼ਾ ਇੰਜੀਨੀਅਰ ਦੇ ਉੱਤੇ ਗੁਸਤਾਖੀ ਦਾ, ਫਿਰ ਉਸ ਤੋਂ ਬਾਅਦ ਮੈਨੂੰ ਕੋਈ ਫਤਵਾ ਸੁਣ ਲਓ ਮੈਨੂੰ ਕੋਈ ਫਤਵਾ ਉਹਦੇ ਮੁਤਾਬਕ ਉਹਦੇ ਖਿਲਾਫ ਦਿਖਾ ਛੱਡੋ ਕਿ ਉਲਮਾ ਦਾ ਮਜਮੂਈ ਫਤਵਾ ਹੈ, ਕਿਉਂਕਿ ਵੈਸੇ ਵੀ ਕੁਝ ਤੁਸੀਂ ਇਹ ਮੌਕਫ ਰੱਖਦੇ ਹੋ ਕਿ ਅਗਰ ਕੋਈ ਸ਼ਖਸ ਗੁਸਤਾਖੀ ਕਰਦਾ ਹੈ, ਮੁਸਲਮਾਨ ਅਗਰ ਕੋਈ ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਦੀ ਸ਼ਾਨ 'ਚ ਗੁਸਤਾਖੀ ਕਰਦਾ ਹੈ ਤਾਂ ਤੁਹਾਡੇ ਨਜ਼ਦੀਕ ਉਹ ਸਟਿਲ ਮੁਸਲਮਾਨ। ਯਾਰ ਮੈਂ ਇੱਕ ਮਿੰਟ, ਦੋ ਚੀਜ਼ਾਂ ਨੇ ਨਾ, ਇੱਕ ਵੇ ਕਿ ਕਿਸੇ ਦੀ ਨੀਅਤ ਹੀ ਗੁਸਤਾਖੀ ਦੀ ਹੋਵੇ, ਇੱਕ ਬੰਦੇ ਦੇ ਮੂੰਹ ਚੋਂ ਅਗਰ ਲਫ਼ਜ਼ ਨਿਕਲੇ ਨੇ ਉਹਨੂੰ ਮੈਂ ਸਮਝਦਾ ਕਿ ਗੁਸਤਾਖੀ ਹੈ, ਕਿਉਂਕਿ ਸਾਡੇ ਇੱਥੇ ਆਮ ਤੌਰ ਤੇ ਜਿਹੜਾ ਪਾਇਆ ਜਾਂਦਾ ਹੈ ਕਾਦੀਆਨੀ ਜ਼ਰਾਤ, ਉਹ ਇਲਜ਼ਾਮੀ ਜਵਾਬ ਦੇ ਇਸ ਤਰ੍ਹਾਂ ਦੀ ਗੱਲ ਕਰਦੇ ਨੇ।
ਹੁਣ ਇਹ ਵੀਡੀਓ ਮੈਂ ਮੁਕੰਮਲ ਵੀ ਨਹੀਂ ਵੇਖੀ ਯਾਰ ਇਹ ਤੁਸੀਂ ਉਹ ਗੱਲ ਕਰ ਰਹੇ ਹੋ ਜਿਹੜਾ ਪਿੱਛੇ ਜੇ ਕੇਸ ਨਹੀਂ ਸੀ ਮੈਂ ਚੱਲਦਾ ਹੈ ਗੁਸਤਾਖੀਆਂ ਦੇ ਉੱਤੇ ਜਿਹੜਾ ਪਿੱਛੇ ਜੇ ਲਾਈਵ ਉਹ ਚੱਲਿਆ ਉਹ ਕੀ ਨਾ ਲੜਕੀ ਦਾ ਜਿਹੜੀ ਇਹਨੂੰ ਪਸੰਦ ਕਰ ਰਹੀ ਸੀ ਇਹ ਬੜਾ ਇਸ ਸਾਹਿਬ ਇਸ ਗੱਲ ਨੂੰ ਨਾ ਇਸ ਗੱਲ ਨੂੰ ਮੈਨੂੰ ਗੱਲ ਕਰ ਲੈ ਦੋ ਮੈਨੂੰ ਗੱਲ ਕਰ ਲੈ ये सवाल करते हैं कि क्या कोई मुसलमान वसल्लम की गुस्ताखी करे तो इस्लाम से खारिज हो जाता है या नहीं। उसने कहा है कि अहले सुन्नत वल जमात के उलमा का मुतफ़िक़ा राय है कि हज़रत वसल्लम जी जी जिनके खिलाफ कोई ऐसा फतवा दिखा छड़ो कि दारा इस्लाम तो खारिज ਉਹ ਯਾਰ ਇੰਜੀਨੀਅਰ ਖਸਮਾਂ ਨੂੰ ਖਾਏ ਤੂੰ ਮੈਂ ਜਿਹੜੀ ਅਮੂਮਨ ਗੱਲ ਕੀਤੀ ਉਹ ਦੱਸੋ ਤੁਸੀਂ ਕਿ ਗੁਸਤਾਖ ਜਿਹੜਾ ਤੁਸੀਂ ਗੱਲ ਇੰਜੀਨੀਅਰ ਦੀ ਕਰ ਰਹੇ ਹੋ ਤੁਸੀਂ ਗੱਲ ਕਰ ਰਹੇ ਇੰਜੀਨੀਅਰ ਨੂੰ ਛੱਡ ਦੇ ਕਿਉਂ ਇੰਜੀਨੀਅਰ ਦਾ ਮਸਲਾ ਨਹੀਂ ਰਿਹਾ ਤੁਸੀਂ ਮੇਰਾ ਡਿਸਕਸ ਕਿਉਂ ਕਰ ਰਹੇ ਹੋ ਨਹੀਂ ਅਮੂਮਨ ਗੱਲ ਜਿਹੜੀ ਹੋਈ ਸੀ ਤੁਸੀਂ ਕਿਹਾ ਗੁਸਤਾਖ ਬੰਦਾ ਮੁਸਲਮਾਨ ਹੈ ਮੇਰੇ ਨਜ਼ਦੀਕ ਉਹ ਦਾਇਰੇ ਇਸਲਾਮ ਤੋਂ ਖਾਰਿਜ ਨਾ ਕੱਢੋ ਉਹਨੂੰ ਮੈਂ ਤੁਹਾਨੂੰ ਕਾਫਰ ਕਹਿ ਰਿਹਾ ਤੁਸੀਂ ਕਹਿ ਰਹੇ ਹੋ ਉਲਮਾ ਤੇ ਕਹਿੰਦੇ ਨੇ ਕਿ ਉਹਦੇ ਸਾਹਮਣੇ ਤੌਬਾ ਪੇਸ਼ ਕੀਤੀ ਜਾਏਗੀ ਤੇ ਉਹ ਬਾਅਦ ਚ ਮੈਂ ਤੁਹਾਨੂੰ ਦੱਸਿਆ ਨਾ ਉਹ ਗੱਲ ਕਿ ਜਿਸ ਟਾਈਮ ਉਹਦੇ ਮੂੰਹ ਚ ਗੁਸਤਾਖੀ ਨਿਕਲੀ ਜੇ ਹੈ ਤੌਬਾ ਪੇਸ਼ ਕੀਤੀ ਗਈ ਹੈ ਤਾਂ ਦਾਇਰਾ ਇਸਲਾਮ ਤੋਂ ਖਾਰਿਜ ਕਿੱਦਾਂ ਹੋ ਗਿਆ ਜੋ ਕਰ ਲੈ ਤਾਂ ਅੱਲਾਹ ਮਾਫ ਕਰਨੇ ਵਾਲਾ ਹੈ। ਹਾਂ ਬਸ ਠੀਕ ਹੈ ਨਾ ਇਹ ਗੱਲ ਨਹੀਂ ਤੁਸੀਂ ਪਹਿਲੇ ਗੱਲ ਗਲਤ ਕੀਤੀ ਹੈ ਚਲੋ ਹੁਣ ਤੁਸੀਂ ਆਪਣੀ ਸਲਾਹ ਕਰ ਲਈ ਹੈ ਤਾਂ ਕੋਈ ਮਸਲਾ ਨਹੀਂ ਨਹੀਂ ਤੁਸੀਂ ਕਹਿੰਦੇ ਨੇ ਕਿ ਤੁਸੀਂ ਕਹਿੰਦੇ ਕਿ ਉਹ ਦਾਇਰਾ ਇਸਲਾਮ ਤੋਂ ਖਾਰਿਜ ਹੈ ਮੈਂ ਕਿਹਾ ਬਿਲਕੁਲ ਨਹੀਂ ਦਾਇਰਾ ਇਸਲਾਮ ਤੋਂ ਖਾਰਿਜ ਹਾਂਜੀ ਐਜ਼ ਸੂਨ ਐਜ਼ ਉਹਨੇ ਮੂੰਹ ਚੋਂ ਗੁਸਤਾਖੀ ਕੱਢੀ ਉਹ ਬੰਦਾ ਦਾਇਰਾ ਇਸਲਾਮ ਤੋਂ ਖਾਰਿਜ ਹੋ ਗਿਆ ਹੁਣ ਕੀ ਕਰਨਾ ਉਹਦੀ ਤਵੱਜੋ ਦਿਲਾਣੀ ਹੈ ਕਿ ਭਾਈ ਤੇਰੇ ਮੂੰਹ ਚੋਂ ਗੁਸਤਾਖੀ ਉਹ ਨਿਕਲ ਗਈ ਹੈ ਤੇ ਤੂੰ ਦੁਬਾਰਾ ਆਪਣਾ ਨਹੀਂ ਦਾਇਰਾ ਇਸਲਾਮ ਤੋਂ ਖਾਰਿਜ ਨਹੀਂ ਕਰਨਾ ਇਹ ਫਤਵਾ ਲੈ ਕੇ ਆਓ ਯਾਰ ਇਹ ਕੀ ਮੈਂ ਮੰਨ ਲੈਂਦਾ ਇਹ ਫਤਵਾ ਲੈ ਕੇ ਆਓ ਕਿਉਂਕਿ ਮੈਂ ਖੁਦ ਦਾਰੁਲ ਉਲੂਮ ਦਾ ਫਤਵਾ ਪੜਿਆ ਹੋਇਆ ਹੈ ਇਸ ਬਾਰੇ ਚ ਵੀ ਬਹਰਹਾਲ ਉਹ ਵੀ ਇਹਨਾਂ ਦੀ ਆਪਣੀ ਕਿਉਂਕਿ ਲੇਕਿਨ ਮੇਰੇ ਬਲਾਲ ਸਾਹਿਬ ਮਤਲਬ ਅਫਸੋਸ ਹੀ ਹੋਇਆ ਮੈਨੂੰ ਤੁਹਾਡੀ ਇਸ ਤੁਹਾਡੀ ਗੱਲ ਮਰਜ਼ੀ ਤੁਹਾਡੀ ਮਰਜ਼ੀ ਹੈ ਮੈਂ ਤਾਂ ਨਹੀਂ ਦਾਇਰਾ ਇਸਲਾਮ ਤੋਂ ਖਾਰਿਜ ਕਰ ਸਕਦਾ ਦੂਸਰੀ ਜਿਹੜੀ ਤੁਸੀਂ ਗੱਲ ਇਹ ਕੀਤੀ ਹੈ ਨਾ ਇਹ ਤੁਸੀਂ ਬੜੀ ਖਤਰਨਾਕ ਗੱਲ ਕਰ ਰਹੇ ਹੋ ਇਹ ਤੁਸੀਂ ਮੈਂ ਹੁਣ ਗੱਲ ਨਹੀਂ ਕਰਨਾ ਚਾਹੁੰਦਾ ਕਿਉਂਕਿ ਪਬਲਿਕ ਫੋਰਮ ਬੈਠਾ ਹੋਇਆ ਨਾ ਤੁਸੀਂ ਮੇਰੇ ਨਾਲ ਪ੍ਰਾਈਵੇਟ 'ਚ ਕਦੇ ਗੱਲ ਕਰਦੇ ਨੇ ਤਾਂ ਮੈਂ ਤੁਹਾਨੂੰ ਦੱਸਦਾ ਕਿੰਨੀ ਤੁਸੀਂ ਖਤਰਨਾਕ ਗੱਲ ਕੀਤੀ ਇਹ ਹੀ ਗੱਲ ਉੱਥੇ ਅਦਾਲਤ ਦੇ ਵਿੱਚ ਵੀ ਕੀਤੀ ਗਈ ਸੀ ਕਿ ਯਾਰ ਇੱਕ ਸ਼ਖਸ ਅਗਰ ਗੁਸਤਾਖੀ ਕਰਦਾ ਹੈ ਨਾਉਜ਼ ਬਿੱਲਾ ਤੇ ਉਹਦੀ ਨੀਅਤ ਨਹੀਂ ਨਾ ਹੁੰਦੀ ਯਾਰ ਉਹਦੀ ਨੀਅਤ ਨਹੀਂ ਨਾ ਹੁੰਦੀ ਯਾਰ ਕਿੰਨੀ ਖਤਰਨਾਕ ਗੱਲ ਤੁਸੀਂ ਪੇ ਕਰਦੇ ਭਾਈ ਹੋ ਜੀ ਉਹਦਾ ਕੰਟੈਕਸਟ ਵੇਖਿਆ ਜਾਂਦਾ ਹੈ ਉਹਦੀ ਗੱਲ ਵੇਖੀ ਜਾਂਦੀ ਹੈ ਮੁਕੰਮਲ ਮਜ਼ਮੂਨ ਵੇਖਿਆ ਜਾਂਦਾ ਹੈ ਇੱਕ ਕਲਿੱਪ ਤੋਂ ਕਿਸੇ ਦਾ ਫੈਸਲਾ ਤੁਸੀਂ ਨਹੀਂ ਕਰ ਸਕਦੇ ਦਿਲ ਦੇ ਵਿੱਚ ਜਾ ਕੇ ਕੌਣ ਬੈਠਾ ਹੈ ਭਾਈ ਜੀ ਰਾਜਾ ਸਾਹਿਬ ਚੈੱਕ ਕਰੇ ਕਿ ਰਾਜਾ ਸਾਹਿਬ ਕਿਸੇ ਨੂੰ ਕੀ ਬਿਮਾਰੀ ਪਈ ਹੈ ਰਾਜਾ ਸਾਹਿਬ ਉਸ ਗੱਲ ਦਾ ਮੁਕੰਮਲ ਮਜ਼ਮੂਨ ਵੇਖਿਆ ਜਾਂਦਾ ਹੈ ਅੱਲਾਹੁ ਇੱਕ ਕਾਫਰ ਔਰ ਇੱਕ ਮੁਸਲਮਾਨ ਦੇ ਉੱਤੇ ਫਤਵਾ ਲਾਉਣ ਤੇ ਪਹਿਲਾਂ ਸੋਚਿਆ ਕਰੋ ਇੱਕ ਬੰਦਾ ਆਦੀ ਮੁਜਰਮ ਹੈ ਇੱਕ ਮਰਜ਼ਈ ਕਾਦੀਆਨੀ ਆਦੀ ਮੁਜਰਮ ਹੈ ਜਿਹਨਾਂ ਦਾ ਕੰਮ ਦਿਨ ਰਾਤ ਇਹ ਔਰ ਇੱਕ ਤਾਂ ਮਾਰੀ ਹਜ਼ਾਰ ਦਫਾ ਕੰਮ ਹੋ ਚੁੱਕੇ ਨੇ ਇੱਕ ਬੰਦਾ ਜਿਹੜਾ ਹੈ ਉਹ ਮੁਸਲਮਾਨ ਹੈ ਉਹਦੇ ਬਾਰੇ ਤੁਸੀਂ ਕਹਿ ਰਹੇ ਕਿ ਦਾਇਰਾ ਇਸਲਾਮ ਤੋਂ ਖਾਰਿਜ ਹੈ ਕਿਉਂਕਿ ਇਹ ਤਾਂ ਕੋਈ ਕੰਮ ਕਲਿੱਪ ਤੁਸੀਂ ਮੈਨੂੰ ਸੁਣਾਇਆ ਹੈ ਮੈਂ ਵਕਤ ਮੈਂ ਕਿਹਾ ਹੈ ਕਿ ਯਾਰ ਇੱਕ ਬੰਦਾ ਹੈ The real sound of the city. ਉਹਨੂੰ ਕੀ ਕਹਿਣਾ ਤੁਸੀਂ ਦੱਸੋ ਮੈਂ ਉਹ ਦਾਇਰਾ ਇਸਲਾਮ ਤੋਂ ਖਾਰਿਜ ਨਹੀਂ ਕਰ ਸਕਦਾ ਭਾਈ ਜੀ ਸਾਰੇ ਚਲੋ ਨਹੀਂ ਕਰਦੇ ਤੁਸੀਂ ਲੇਕਿਨ ਉਹਨੂੰ ਗੁਸਤਾਖ ਕਹੋਗੇ ਗੁਸਤਾਖ ਬਿਲਕੁਲ ਹੈ ਲਫ਼ਜ਼ ਗੁਸਤਾਖੀ ਹੈ ਲੈਕਿਨ ਗੁਸਤਾਖ ਵੀ ਹੈ ਤੇ ਮੁਸਲਮਾਨ ਵੀ ਹੈ ਸੁਭਾਨ ਅੱਲਾਹ ਕੀ ਬਾਤ ਉਲਮਾ ਖੁਦ ਕਹਿੰਦੇ ਨੇ ਕਿ ਅਗਰ ਕੋਈ ਬੰਦੇ ਦੇ ਕੋਲੋਂ ਇਹ ਜੁਮਲਾ ਨਿਕਲ ਆਵੇ ਉਹਨਾਂ ਨੇ ਕੀ ਨਹੀਂ ਕੀਤਾ ਉਹਨਾਂ ਦਾਇਰਾ ਇਸਲਾਮ ਤੋਂ ਖਾਰਿਜ ਉਹਦੇ ਤੋਬਾ ਪੇਸ਼ ਕੀਤੀ ਜਾਏਗੀ ਉਹ ਤੇ ਤੋਬਾ ਕਿਹਨੂੰ ਪੇਸ਼ ਕਰਨੀ ਹੈ ਮੁਸਲਮਾਨ ਤੋਬਾ ਪੇਸ਼ ਨਹੀਂ ਉਹਦੇ ਮੂੰਹ ਕੇ ਕੁਫਰੇ ਜੁਮਲਾ ਨਿਕਲਿਆ ਹੈ ਬਿਲਕੁਲ ਮੁਸਲਮਾਨ ਨੇ ਕਹਦੇ ਪੇਸ਼ ਪੇ ਕਰਦੇ ਹੋ ਤੁਸੀਂ ਤੋਬਾ ਤਾਂ ਕਾਫਰ ਨੂੰ ਪੇਸ਼ ਕੀਤੀ ਜਾਂਦੀ ਹੈ ਜਿਹਦੇ ਮੂੰਹ ਚ ਕੁਫਰੀਆ ਕਲਮਾ ਨਿਕਲ ਜਾਏ ਜਿਹਦੇ ਮੂੰਹ ਚ ਗੁਸਤਾਖੀ ਨਿਕਲ ਜਾਏ ਉਹਨੂੰ ਤੋਬਾ ਪੇਸ਼ ਕਰਨੀ ਹੈ ਜਾਂ ਮੁਸਲਮਾਨ ਨੂੰ ਤੋਬਾ ਮੈਨੂੰ ਤੁਸੀਂ ਤੋਬਾ ਪੇਸ਼ ਕਰ ਸਕਦੇ ਹੋ ਹੁਣ ਇੱਕ ਹਦੀਸ ਸੁਣ ਲਓ ਚਲੋ ਜੀ ਸੁਣਾਓ ਜੀ ਇਹ ਬਾਤ ਹੈ ਯਾਰ ਹੁਣ ਸੁਣ ਲਓ ਨਾ ਜੀ ਸੁਣਾਓ ਇੱਕ ਦਫਾ ਦਾ ਵਾਕਿਆ ਹੈ ਕਿ ਰਸੂਲੁल्लाह ਸੱਲੱਲਾਹੁ ਅਲੈਹਿ ਵਸੱਲਮ ਨੇ ਬਾਤ ਨੇ ਕਿ ਜੰਗ ਤੋਂ ਬਾਅਦ ਜਾਂ ਮੈਂ ਹੁਣ ਮਖੂਮਨ ਬਣੂ ਮਾਲੇ ਹਦੀਸ ਹੈ ਕਿਤਾਬ ਦੇ ਵਿੱਚ ਕਿਹੜੀ ਮੈਂ ਤੁਹਾਨੂੰ ਸਹੀ ਹਦੀਸ ਸੁਣਾ ਰਿਹਾ ਜ਼ਿੰਮੇਦਾਰੀ ਨਾਲ ਸੁਣਾ ਰਿਹਾ ਹਦੀਸ ਦਾ ਰੈਫਰੈਂਸ ਕਰ ਦੇ ਦਿਆਂਗਾ ਕਿਉਂਕਿ ਇਸ ਵਕਤ ਮੈਂ ਇੱਕ ਮੋਬਾਈਲ ਦੇ ਵਿੱਚ ਠੀਕ ਹੈ ਪੇਸ਼ ਮਖੂਮਨ ਗੱਲ ਕਰ ਮਾਲੇ ਗਨੀਮਤ ਜਿਹੜਾ ਹੈ ਨਾ ਜਿਹੜਾ ਮਾਲ ਹੈ ਹਾਂਜੀ ਉਹ ਆਪਣੇ ਜਿਹੜੇ ਮਾਲਬਨ ਮੱਕਾ ਵਾਲੇ ਜਾਂ ਜਿਹੜੇ ਬਾਅਦ ਚ ਇਸਲਾਮ ਲੈ ਕੇ ਆਏ ਸਨ ਉਹਨਾਂ ਦੇ ਵਿੱਚ ਤਕਸੀਮ ਕਰ ਦਿੱਤਾ ਹੁਣ ਜਿਹੜੇ ਅਹਲੇ ਮਦੀਨਾ ਦੇ ਨੌਜਵਾਨ ਸਨ ਨਾ ਅਹਲੇ ਮਦੀਨਾ ਦੇ ਨੌਜਵਾਨ ਉਹਨਾਂ ਨੇ ਕਿਹਾ ਕਿ ਇਸ ਸ਼ਖਸ ਦੇ ਆਪਣੇ ਕਬੀਲੇ ਦੀ ਜਿਹੜੀ ਮੁਹੱਬਤ ਹੈ ਨਾ ਉਹ ਹਾਵੀ ਜਦੋਂ ਰਸੂਲੁल्लाह ਸੱਲੱਲਾਹੁ ਅਲੈਹਿ ਵਸੱਲਮ ਨੂੰ ਇਸ ਗੱਲ ਦਾ ਪਤਾ ਲੱਗਾ ਹੁਣ ਇਹ ਜਿਹੜੇ ਜੁਮਲੇ ਨੇ ਇਹ ਕੀ ਨੇ ਗੱਲ ਦੇ ਦੱਸ ਪੂਰੀ ਗੱਲ ਪੇਸ਼ ਕਰੋ ਨਾ ਹਾਂ ਜਦੋਂ ਉਹ ਗੱਲ ਪਤਾ ਲੱਗੀ ਰਸੂਲੁल्लाह ਸੱਲੱਲਾਹੁ ਅਲੈਹਿ ਵਸੱਲਮ ਨੂੰ ਰਸੂਲੁल्लाह ਸੱਲੱਲਾਹੁ ਅਲੈਹਿ ਵਸੱਲਮ ਨੇ ਯਾਨੀ ਉਹ ਜਿਹੜੇ ਬਜ਼ੁਰਗ ਨੇ ਉਸ ਮਦੀਨਾ ਵਾਲੇ ਦੇ ਵੱਡੇ ਜਿਹੜੇ ਉਹ ਰਸੂਲੁल्लाह ਕੋ ਆਏ ਕਿ ਰਸੂਲੁल्लाह ਜਵਾਨ ਬੱਚੇ ਨਾਲ ਗਲਤੀ ਹੋ ਗਈ ਉਹਨੂੰ ਮਾਫ ਕਰੋ
रसूलुल्लाह सल्लल्लाहु अलैहि वसल्लम ने उस मौके ते क्या कि अगर पूरी दुनिया एक साइड ते चले ते अहले मदीना This whole being your Palestinian nightlife event is back in its series. अच्छा नहीं है कि पूरी दुनिया दी वाला दौलत लाई ते तुसी रसूलुल्लाह नु लै जाओ और ऐ जुमले के शख्स ਕੀ ਸਾਬਿਤ ਹੋਇਆ ਕਿ ਇਸਤਲਾਹ ਕੀ शख्स अपने कबीले दे मोहम्मद हावी होगी रसूलुल्लाह दे बारे च जुमले कहना ते सही है An experienced launch of KO. Call out the ਤੁਸੀਂ ਇਹ ਕਹਿ ਰਹੇ ਹੋ ਕਿ ਇਹ ਉਹਦੇ ਕੋਲ ਗੁਸਤਾਖੀ ਹੋਈ ਹੈ ऐ गुस्ताखी नहीं ना RGG's massive warehouse takeover. 18 and over. ਨਹੀਂ ਤੁਸੀਂ ਕਹਿ ਰਹੇ ਹੋ ਕਿ ਇਹ ਗੁਸਤਾਖੀ ਉਹਨੇ ਕੀਤੀ ਹੈ Moving quick to get yours for more मैं info. कुफरिया नहीं Head to format.gg. ਅੱਛਾ ਇਹ ਕਲਮਾ ਕੁਫਰੀਆ ਨੇ ਜਿਹੜੇ ਕਹਿਣਾ ਕਿ जी तुसी दस मैं गलती कर रहा ਯਾਰ हूं ਮੈਂ ਤੇ ਤੁਹਾਡੇ ਕੋਲ ਪੁੱਛ ਰਿਹਾ ਨਾ ਦੀਸ ਤੁਸੀਂ ਪੇਸ਼ ਕੀਤੀ ਮੈਂ ਤੇ ਦੀਸ ਮੈਂ ਮੇਰੇ ਤਾਂ ਸਾਹਮਣੇ ਤੁਹਾਡੇ ਨਹੀਂ ਅੱਗੇ ਰੱਖੀ ਹੈ ਮੈਂ ਤੁਹਾਡੇ ਅੱਗੇ ਸਿਚੁਏਸ਼ਨ ਰੱਖੀ ਤੁਸੀਂ ਫੈਸਲਾ ਕਰੋਗੇ ਕੀ ਨਹੀਂ ਜੁਮਲੇ ਰਸੂਲੁल्लाह ਦੇ ਬਾਰੇ ਗੱਲ ਕਰਨੇ ਕਿ ਇਸ ਸ਼ਖਸ ਨੇ ਆਪਣੇ ਕਬੀਲੇ ਦੇ ਤੁਹਾਨੂੰ ਹਦੀਸ ਦਾ ਨੰਬਰ 2 ਮੈਂ ਹਦੀਸ ਪੜ੍ਹ ਕੇ ਤੁਹਾਨੂੰ ਦੱਸ ਦੇਣਾ ਕੀ ਲਿਖਿਆ ਹੋਇਆ ਚਲੋ ਠੀਕ ਐ ਵੀ ਇਹ ਵੀ ਕਰ ਠੀਕ ਮੈਂ ਜਲਦਬਾਜ਼ੀ ਨਹੀਂ ਭਾਈ ਦੀ ਕਰਾਂਗਾ ਤੁਹਾਡੇ ਮਾਮਲੇ 'ਚ ਭਾਈ ਦੀ ਕਾਲ ਚੁੱਕ ਲਿਓ ਥੋੜੀ ਮੈਂ ਤੁਹਾਡੇ ਮਾਮਲੇ 'ਚ ਜਲਦਬਾਜ਼ੀ ਨਹੀਂ ਕਰਾਂਗਾ ਕਿਉਂਕਿ ਮੇਰੇ ਮੈਨੂੰ ਕੋਲ ਇੰਨਾ ਨਹੀਂ ਹੈ ਪਤਾ ਹੈ ਕਿ ਇੱਕ ਦਫਾ ਰਸੂਲੁल्लाह ਸੱਲੱਲਾਹੁ ਅਲੈਹਿ ਵਸੱਲਮ ਮਾਲੇ ਗਨੀਮਤ ਤਕਸੀਮ ਕਰ ਰਹੇ ਸੀ ਤੇ ਇੱਕ ਬੰਦਾ ਸੀ ਮੁਨਾਫਿਕ ਨਹੀਂ ਉਹ ਹੋਰ ਇੱਕ ਹਦੀਸ ਹਜ਼ਾਰ ਤੋਂ ਬਾਅਦ ਉਹ ਹੋਰ ਹਦੀਸ ਉਹ ਖਾਰਜੀ ਦੀ ਯਾਰ ਖਾਰਜੀ ਦੀ ਗੱਲ ਜੁਲਦੀ ਹੈ ਮੈਂ ਦੱਸਣ ਲੱਗਾ ਨਹੀਂ ਉਹ ਖਾਰਜੀ ਦੀ ਗੱਲ ਹੈ ਅਹਲੇ ਮਦੀਨਾ ਦੀ ਗੱਲ ਉਹ ਬੰਦਾ ਖਾਰਜੀ ਹੋ ਗਿਆ ਸੀ ਬਾਅਦ 'ਚ ਠੀਕ ਹੈ ਇਹ ਹਦੀਸ ਤਾਂ ਮੈਂ ਨਹੀਂ ਸੁਣੀ ਜਾਂ ਪੜ੍ਹੀ ਮੈਂ ਜਦੋਂ ਜਿਹਨੇ ਕਿਹਾ ਸੀ ਕਿ ਮੁਹੰਮਦ ਇਨਸਾਫ ਕਰ ਲੇਕਿਨ ਮੈਨੂੰ ਉਹਦਾ ਪਤਾ ਹੈ ਹਾਂਜੀ ਜਿਹਨੇ ਫਰਮਾਇਆ ਸੀ ਜੀ 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 ਕਿਹਦੀ ਗੱਲ ਕਰ ਰਿਹਾ ਹਾਂ ਮੇਰੇ ਲਈ ਹਦੀਸ ਦੀ ਗੱਲ ਕਰ ਰਹੀ ਹੈ ਇਹਨਾਂ ਵਾਲੀ ਜਿਹੜੀ ਹਦੀਸ ਮੈਂ ਅੱਗੇ ਪੜ੍ਹੀ ਨਹੀਂ ਉਹ ਰਾਜਾ ਸਾਹਿਬ ਲਈ ਤੁਸੀਂ ਗੱਲ ਕਰ ਰਹੇ ਹੋ ਜੀ ਜਿਹੜੀ ਮਾਲੇ ਗਨੀਮਤ ਜਦੋਂ ਨਹੀਂ ਤੁਸੀਂ ਵੀ ਜਿਹੜੀ ਪੇਸ਼ ਕੀਤੀ ਉਹਦੇ ਵਿੱਚ ਵੀ ਕੋਈ ਮਾਲ ਦੀ ਜ਼ਿਕਰ ਸੀ ਨਹੀਂ ਉਹ ਹੈ ਵੀ ਲੇਕਿਨ ਰਸੂਲੁल्लाह सल्लल्लाहु अलैहि वसल्लम ने ਉੱਥੇ ਇਹ ਗੱਲ ਨਹੀਂ ਕੀਤੀ ਰਸੂਲੁल्लाह ਨੇ ਫਰਮਾਇਆ ਸੀ ਕਿ ਕਿਆ ਇਹ ਬਿਹਤਰ ਨਹੀਂ ਕਿ ਇਹ ਸ਼ਖਸ ਇਹ ਦੁਨੀਆ ਦਾ ਮਾਲ ਲੈਣ ਤੇ ਤੁਸੀਂ ਨਬੀ ਨੂੰ ਲੈ ਜਾਓ ਰਸੂਲੁल्लाह ਨੂੰ ਉਹ ਗੱਲ ਉਹ ਹਦੀਸ ਦੂਸਰੀ ਹੈ ਜਿਹੜੀ ਮੈਂ ਕਹਿ ਰਿਹਾ ਨਹੀਂ ਜਿਹਨੂੰ ਤੁਸੀਂ ਗੁਸਤਾਖੀ ਕਹਿ ਰਹੇ ਹੋ ਨਾ ਉਹ ਤੁਸੀਂ ਕਹਿ ਰਹੇ ਹੋ ਕਿ ਮਾਲ ਦੇ ਉੱਤੇ ਮੈਂ ਅਗਰ ਗਲਤ ਹਾਂ ਮੈਂ ਅਗਰ ਰਾਜਾ ਸਾਹਿਬ ਗਲਤ ਆ ਤਾਂ ਤੁਸੀਂ ਦੱਸੋ ਇਹ ਕਲਮਾਤ ਕੀ ਨੇ ਯਾਰ ਉਹ ਤਾਂ ਉਹਨਾਂ ਦੱਸ ਦਿੱਤਾ ਤੁਹਾਨੂੰ ਕਿ ਉਸ ਟਾਈਮ ਤੇ ਇਹ ਨਬੀ ਦੇ ਬਾਰੇ ਜੁਮਲਾ ਕਿਹਾ ਜਾ ਸਕਦਾ ਹੈ ਯਾਰ ਜਦੀ ਕੋਈ ਹੁਕਮ ਹੀ ਨਹੀਂ ਨਾਜ਼ਲ ਹੋਇਆ ਹੁਕਮ ਦੀ ਤਾਂ ਮੈਂ ਗੱਲ ਹੀ ਨਹੀਂ ਕਰ ਰਿਹਾ ਮੈਂ ਕਿਹਾ ਰਸੂਲੁल्लाह ਦੇ ਬਾਰੇ ਤੁਸੀਂ ਇਹ ਤੇ ਸਰ ਜੀ ਉਹ ਮੇਰੇ ਬਾਰੇ ਚ ਨਹੀਂ ਕਹਿ ਰਹੇ ਮੇਰੇ ਵਾਲੀ ਹਦੀਸ ਦੇ ਬਾਰੇ ਚ ਨਹੀਂ ਕਹਿ ਰਹੇ ਪੁੱਛ ਲਓ ਨਾ ਨਹੀਂ ਓਵਰਆਲ ਕਹਿ ਰਹੇ ਨਾ ਮਾਲਿਕ ਨਹੀਂ overall ਨਹੀਂ ਕਹਿ ਰਹੇ ਨਾ ਨਹੀਂ ਸੀ ਗਲਤ ਗੱਲ ਇਹ ਤੁਹਾਡੀ ਵਾਲੀ ਗੱਲ ਦੇ ਬਾਰੇ ਕਰ ਰਹੇ ਨੇ ਮੇਰੇ ਵਾਲੀ ਗੱਲ ਦੇ ਬਾਰੇ ਨਹੀਂ ਤੁਹਾਨੂੰ ਕਰ ਕਿਹਾ ਤੁਸੀਂ ਹਦੀਸ ਪੇਸ਼ ਕਰੋ ਕਿਹੜੀ ਕਿਤਾਬ 'ਚ ਕਿਹੜਾ ਨੰਬਰ ਹੈ ਤਾਂ ਕਿ ਪਤਾ ਚੱਲੇ ਕਿਸ ਟਾਈਮ ਉਹ ਗੱਲ ਹੋ ਰਹੀ ਹੈ ਔਰ ਕਿਸ ਸਨੇ ਹਿਜਰੀ 'ਚੋਂ ਗੱਲ ਹੋ ਰਹੀ ਹੈ ਚਲੋ ਉਹਦਾ ਤੁਸੀਂ ਬੈਕਗ੍ਰਾਉਂਡ ਤੇ ਦੇਖਣਾ ਨਾ ਹਦੀਸ ਦਾ ਤੁਹਾਨੂੰ ਪਤਾ ਨਾ ਕਿਉਂਕਿ ਇਸ ਟਾਈਮ ਮੈਂ ਥੱਲੇ ਹਾਂ ਮੈਂ ਆਪਣੇ ਕਸਮ ਤੇ ਕੋਲ ਆਇਆ ਲੇਕਿਨ ਯਾਰ ਜਿਹੜੀ ਤੁਸੀਂ ਗੱਲ ਜਿਹਦੇ ਨਾਲ ਮੈਂ ਖਿਲਾਫ ਕੀਤਾ ਉਹ ਤੁਸੀਂ ਇਹ ਕਹਿ ਰਹੇ ਨੇ ਕਿ ਅਗਰ ਕਿਸੇ ਮੁਸਲਮਾਨ ਦੇ ਮੂੰਹ ਚੋਂ ਕਲਮਾ ਕੁਫਰੀਆ ਨਿਕਲ ਆਵੇ ਤੇ ਦਾਰਾ ਇਸਲਾਮ ਤੋਂ ਖਾਰਜ ਹੈ ਰਸੂਲੁल्लाह ਦੇ ਬਾਰੇ ਚ ਠੀਕ ਮੈਂ ਕਿਹਾ ਯਾਰ ਨਹੀਂ ਇਤਨੀ ਜਲਦੀ ਨਾ ਕਰੋ ਕਿ ਅਗਰ ਕਿਸੇ ਸ਼ਖਸ ਦੇ ਮੂੰਹ ਚੋਂ ਗੁਸਤਾਖੀ ਦੇ ਅਲਫਾਜ਼ ਨਿਕਲ ਜਾਣ ਇਹ ਜੁਮਲੇ ਚ ਕੇ ਨੇ ਫਿਰ ਮੈਨੂੰ ਤੁਸੀਂ ਦੱਸ ਦਿਓ ਵੀ ਇਹ ਜਿਹੜੇ ਜੁਮਲੇ ਇਹਨਾਂ ਨੌਜਵਾਨਾਂ ਦੇ ਮੂੰਹ ਚੋਂ ਨਿਕਲੇ ਨੇ ਕੀ ਨੇ ਗੁਸਤਾਖੀ ਹੈ ਨੇ ਕਿ ਨਹੀਂ ਨੇ ਇਹਨਾਂ ਦੱਸ ਚਲੋ ਗੱਲ ਖਤਮ ਹੋ ਜਾਏਗੀ ਤੁਸੀਂ ਕਹਿੰਦੇ ਹੋ ਰੈਫਰੈਂਸ ਮੈਂ ਕਿਹਾ ਚਲੋ ਮੈਨੂੰ ਰੈਫਰੈਂਸ ਦੇ ਦਿਓ ਪਹਿਲੇ ਤੇ ਇਹ ਗੱਲ ਤੈਅ ਕਰ ਲਈ ਹੈ ਨਾ ਜਿਹੜੀ ਸਾਡੇ ਦਰਮਿਆਨ ਹੋਈ ਹੈ ਉਹ ਦੂਸਰੀ ਗੱਲ ਬਾਅਦ ਚ ਵੀ ਤੈਅ ਕਰ ਲੈਣੇ ਹੁਣ ਵਾਪਰ ਭਾਈ ਪੁੱਛ ਰਹੇ ਨੇ ਕਿ ਤੁਹਾਡੇ ਦਰਮਿਆਨ ਮਸਲਾ ਕੀ ਹੈ ਮੈਂ ਭਾਈ ਇਹ ਕਹਿ ਰਿਹਾ ਕਿ ਜਿਹੜਾ ਸ਼ਖਸ ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਦੀ ਸ਼ਾਨ 'ਚ ਗੁਸਤਾਖੀ ਕਰੇਗਾ ਉਹ ਦਾਰ ਇਸਲਾਮ ਤੋਂ ਖਾਰਜ ਹੈ ਇਹ ਕਹਿੰਦਾ ਨਹੀਂ ਉਹ ਮੁਸਲਮਾਨ ਹੈ ਇਹ ਸਾਡੇ ਦਰਮਿਆਨ ਇਸ ਟਾਈਮ ਤਨਾਜ਼ਾ ਹੋਇਆ ਫਿਲਹਾਲ ਇਖਤਲਾਫ ਹੋਇਆ ਇਹ ਨਹੀਂ ਤੁਸੀਂ ਰਾਏ ਸਾਹਿਬ ਕਿਉਂ ਗੱਲ ਦਾ ਐਂਗਲ ਜਿਹੜਾ ਬਿਲਕੁਲ ਅੱਛਾ ਚਲੋ ਜੀ ਅਫਜ਼ਾਲ ਭਾਈ ਤੁਸੀਂ ਦੱਸ ਦਿਓ ਕੀ ਹੋਇਆ ਮੈਂ ਅਗਰ ਗਲਤ ਬਿਆਨ ਕਰ ਰਿਹਾ ਕਿਸੇ ਇਨਸਾਨ ਦੇ ਰਸੂਲੁल्लाह ਦੇ ਬਾਰੇ ਜਿਹੜੀ ਸਰੀਹਨ ਗੁਸਤਾਖੀ ਤੁਸੀਂ ਕਹਿ ਰਹੇ ਹੋ ਨਾ ਜਿਹੜਾ ਬੰਦਾ ਰਸੂਲੁल्लाह ਨੂੰ ਕਲੀਅਰ ਕੱਟ ਰਸੂਲੁल्लाह ਦੇ ਉੱਤੇ ਗੱਲ ਕਰੇ ਰਸੂਲੁल्लाह ਦੇ ਬਾਰੇ ਪੂਰੇ ਕਲਮਾਤ ਕਰੇ ਉਹ ਗੁਸਤਾਖੀ ਹੈ ਜਿਹੜੀ ਤੁਸੀਂ ਕਹਿ ਰਹੇ ਹੋ ਉਹਦੇ ਤੇ ਮਾਫੀ ਦੁਨੀਆ 'ਚ ਕਿਤੇ ਨਹੀਂ ਹੈ
ਉਹ ਜਿਹੜੀ ਗੱਲ ਜਿਹੜੀ ਆ ਗੱਲ ਕਰ ਰਿਹਾ ਇਹਦਾ ਤੇ ਇੱਕ ਪੁਆਇੰਟ ਇਹਦਾ ਤੇ ਇੱਕ ਐਂਗਲ ਹੀ ਹੋ ਰਿਹਾ ਯਾਰ, ਇਹਨੂੰ ਤੁਸੀਂ ਕਿਸ ਤਰ੍ਹਾਂ ਕਰ ਰਹੇ ਹੋ ਉਹਦੀ ਗੱਲ? ਅਫਜ਼ਾਲ ਭਾਈ ਤੁਸੀਂ ਆਪੇ ਹੀ ਸਾਂਭ ਲਓ। ਨਹੀਂ ਉਹ ਬਲਾਲ ਸਾਹਿਬ ਨੇ ਗੱਲ ਹੁਣ ਬੜੀ ਵਕੀਲਾਂ ਵਾਲਾ ਉਹ ਵਿੱਚ ਇੱਕ ਨਵੀਂ ਗਿਰਾ ਲਾਈ ਹੈ। ਗੱਲ ਉਹਨਾਂ ਦੀ ਮੈਂ ਤਾਂ ਹੀ ਚੁੱਪ ਕਰ ਗਿਆ ਕਿ ਉਹਨਾਂ ਨੇ ਬਹੁਤ ਹੈਵੀ ਲੈਵਲ ਦਾ ਟਵਿਸਟ ਦਿੱਤਾ। ਆਬਦ ਸਾਹਿਬ ਗੱਲ ਇਹ ਵੇ ਤੇ ਇੰਜੀਨੀਅਰ ਮਿਰਜ਼ਾ ਦੇ ਕਲਮਾਤ ਇੱਥੇ ਨਸ਼ਰ ਕੀਤੇ ਗਏ ਨੇ, ਉਸਮਾਨ ਰਿਜ਼ਵੀ ਸਾਹਿਬ ਨੇ ਨਸ਼ਰ ਕੀਤੇ ਨੇ। ਉਹਦੇ ਵਿੱਚ ਇਲਜ਼ਾਮੀ ਜਵਾਬ ਦੇ ਵਿੱਚ ਉਸਨੇ ਹਜ਼ਰਤ ਅਬੂ ਉਬੈਦਾ ਇਬਨ ਜਰਾ रज़ी अल्लाह अन्हु बहुत ग्रामी कदर सहाबी सन और उन्होंने ਦੇ ਬਾਰੇ ਚ ਉਹਨੇ ਇਲਜ਼ਾਮੀ ਰੰਗ ਚ ਕਿਹਾ ਹੈ ਕਿ ਉਹਨਾਂ ਦੀ ਵਫਾਤ ਨਾ ਕਰੋ। ਇਸ ਵੈਸਾ ਤੁਹਾਨੂੰ ਕਿਸ ਤਰ੍ਹਾਂ ਪਤਾ ਕਿ ਇਲਜ਼ਾਮੀ ਰੰਗ ਚ ਕਿਹਾ ਹੈ ਤੋਂ ਫੂਕਦਾ ਕੀ ਹੋ ਗਿਆ ਤੁਹਾਨੂੰ? ਉਹਦੇ ਚ ਗਵਾਹੀਆਂ ਆ ਗਈਆਂ ਨਾ ਕਿ ਹਜ਼ਰਤ ਅਬੂ ਉਬੈਦਾ ਇਬਨ ਜਰਾ ਸ਼ਹੀਦ ਕਹਿ ਰਿਹਾ ਹੈ, ਸ਼ਹੀਦ ਰਜ਼ੀ ਅੱਲਾਹ ਤਾਲਾ ਦੀ ਮੌਤ ਦੇ ਬਾਰੇ ਚ ਕਿਹਾ ਗਿਆ ਹੈ ਕਿ ਉਹਨਾਂ ਦੀ ਮੌਤ ਟੱਟੀ ਖਾਨੇ ਚ ਹੋਈ ਸੀ। ਉਹ ਤਾਂ ਉਹਨੇ ਕਿਹਾ ਹੈ ਕਿ ਤੁਹਾਡੇ ਵੀ ਜਿਹੜੇ ਬਜ਼ੁਰਗ ਨੇ ਉਹਨਾਂ ਦੀਆਂ ਅਮਵਾਤ ਵੀ ਜਿਹੜੀਆਂ ਨੇ ਜਿਵੇਂ ਹੋਈਆਂ ਨੇ। ਉਹਦੀ ਇੱਕ ਮਿਸਾਲ ਮੈਂ ਤੁਹਾਨੂੰ ਦੇਣਾ, ਉਹ ਮਿਸਾਲ ਦੇ ਰੰਗ ਵਿੱਚ ਉਹਨੇ हज़रत अबू उबैदा इब्न जराह की मिसाल दी है कि तुम दी हालत च बड़ी दर्दनाक कैफियत चलो ठीक है। फिर वो कह रहा है कि इंसान दी मौत किस हालत च होंदी है, ये ते नहीं ना जाहिर करता कि बंदा हक ते है या बातिल ते है। मौत इंसान को किते भी हो सकती है। वो गल बजा है लेकिन इतनी गल तो नहीं ना कि मिर्जा गुलाम कादियानी भाषण च मरिया कोई सारे को पता नहीं मरिया ਤੁਹਾਡੇ ਬਜ਼ੁਰਗਾਂ ਦੀ ਜਾਂ ਬਾਬਿਆਂ ਦੀਆਂ ਜਿਵੇਂ ਮੌਤਾਂ ਹੋਈਆਂ ਨੇ ਉਸ ਰੰਗ ਵਿੱਚ ਉਹਨੇ ਗ੍ਰਾਮੀ ਕਦਰ ਸੁਹਾਬੀ ਰਜ਼ੀ ਅੱਲਾਹ ਅਨਹੁ ਦਾ ਵਿੱਚ ਜ਼ਿਕਰ ਕੀਤਾ ਜਿਹੜਾ ਕਿ ਆਬਦ ਸਾਹਿਬ ਸਾਡੀ ਨਜ਼ਰ ਦੇ ਵਿੱਚ ਸਰੀਹਨ ਇਲਜ਼ਾਮੀ ਰੰਗ ਦੇ ਵਿੱਚ ਗੁਸਤਾਖੀ ਉਹਨੇ ਕੀਤੀ ਹੈ। ਹੁਣ ਉਹਨੇ ਅਗਰ ਪ੍ਰੀ ਮੈਡੀਟੇਟਡ ਮੈਨਰ ਨਾਲ ਗੁਸਤਾਖੀ ਕੀਤੀ ਹੈ ਜਿਹੜੀ ਕਿ ਬਲਾਲ ਸਾਹਿਬ ਕਹਿੰਦੇ ਨੇ ਅਗਰ ਉਸ ਤਰ੍ਹਾਂ ਹੋਵੇ ਤੇ ਫਿਰ ਉਹ ਗੁਸਤਾਖ ਕਹਿਲਾਏਗਾ, ਫਿਰ ਉਹਦੇ ਤੇ ਕੁਫਰ ਦਾ ਫਤਵਾ ਆ ਜਾਏਗਾ। ਰਸੂਲ ਅੱਲਾਹ ਸੱਲੱਲਾਹੁ ਅਲੈਹਿ ਵਸੱਲਮ ਦੀ ਗੁਸਤਾਖੀ ਜਿਹੜੀ ਤੁਸੀਂ ਗੱਲ ਕਿਸੇ ਇਨਸਾਨ ਦੇ ਕੋਲੋਂ ਇਹ ਗੱਲ ਹੋ ਜਾਣੀ ਰਸੂਲullah ਦੇ ਬਾਰੇ ਸਰੀਹਨ ਤੌਹੀਨ ਜਿਹੜੀ ਹੈ ਨਾ ਸਰੀਹਨ ਤੌਹੀਨ ਇਤਿਹਾਸ ਸਾਹਿਬ ਨੇ ਵੀ ਇਹ ਗੱਲ ਸੁਣੀ ਸੀ। ਸਰ ਕਿਸੇ ਇਨਸਾਨ ਨੂੰ ਦਾਇਰਾ ਇਸਲਾਮ ਤੋਂ ਖਾਰਿਜ ਕਰਨਾ ਬੜਾ ਵੱਡਾ ਮਸਲਾ ਹੈ, ਕਿਉਂ ਨਹੀਂ ਤੁਸੀਂ ਇਸ ਗੱਲ ਨੂੰ ਸਮਝਦੇ? ਬਲਾਲ ਸਾਹਿਬ ਇੱਕ ਵਾਰੀ ਆਬਦ ਸਾਹਿਬ ਉਹ ਇਮਤਿਆਜ਼ ਸਾਹਿਬ ਨੇ ਅੱਗੇ ਰਾਏ ਦਿੱਤੀ ਹੈ। ਪਹਿਲਾਂ ਨਮਾਜ਼ ਪੜ੍ਹਨ ਤੋਂ ਪਹਿਲਾਂ ਆਏ ਸਨ 10 ਮਿੰਟ ਉਹਨਾਂ ਇਹ ਗੱਲ ਸੁਣੀ ਸੀ। ਉਹਨਾਂ ਇਹਦੇ ਤੇ ਕੈਟੇਗੋਰੀਕਲ ਰਾਏ ਦਿੱਤੀ। उनसे पूछ ले कि वो इंजीनियर मोहम्मद अली मिर्जा को दायरा इस्लाम से खारिज समझते हैं? पूछ ले इम्तियाज साहब ने जरा इंडल्ज बल्कि एक्सपेंड हो रहा है। ओवर टू यू जी, आप बयान कर दें कि क्या इंजीनियर मोहम्मद अली मिर्जा दायरा इस्लाम से खारिज है? जी बिस्मिल्लाहिर्रहमानिर्रहीम। अच्छा, मेरी पहली तो दरख्वास्त ये है कि बिलाल आप मेरे छोटे भाई हैं। बाज़ दफ़ा ना इंसान के मुंह से जज्बात में इस तरह की बातें निकल जाती हैं, उनको समेटना बहुत मुश्किल हो जाता है। अगर मेरे पास आपका प्राइवेट नंबर होता ना, मैं कभी यहाँ पे कॉल पे ना आता, मैं आपको प्राइवेट कॉल करता। तो इंशाल्लाह मैं आपको अपना छोटा भाई समझता हूँ और उसी हैसियत में आपको दरख्वास्त कर रहा हूँ कि आप थोड़ा सा ना एहतियात का दामन छोड़ रहे हैं। मुझे महसूस हो सकता है मैं गलत हूँ, और ये एहतियात का दामन छोड़ना वैसे भी बहुत प्रॉब्लमेटिक है, लेकिन रसूलुल्लाह सल्लल्लाहु अलैहि वसल्लम और आपके जो असहाब हैं उनके हवाले से जो है ना वो बहुत ही जैसे कह लें कि नाजुक मामला है। उसमें इंसानों के ख़ास तौर पे जो मुसलमान हैं उनके जज्बात भी बहुत उसमें अटैच होते हैं और होने भी चाहिए। हमारे ईमान का तकाज़ा है, जज्बात ईमान के साथ मुंसलिक हैं। तो बिल्कुल ये मेरा जो भाई कह रहे हैं, सोनी भाई बिल्कुल ठीक कह रहे हैं आप। इम्तियाज़ की बात बिल्कुल कोई हुज्जत नहीं है, इसमें तो कोई दो राय नहीं है ना। इस्लाम के अंदर इम्तियाज़ की हैसियत अगर कहा जाए ज़ीरो है। इम्तियाज भाई आप कमेंट ना पढ़ें, उनके लिए दीन मजहब खेल तमाशा है, वो सारा दिन खेल तमाशे के कमेंट। अच्छा एक मिनट, इम्तियाज भाई सिर्फ एक अर्ज है, इम्तियाज भाई सिर्फ एक अर्ज है, मुझे एक प्रेशराइज इस हवाले से किया जा रहा है कि इंजीनियर मोहम्मद अली मिर्जा को कहो कि दायरा इस्लाम से खारिज है। क्या आप मुझे कहें कि मैं ये कह सकता हूँ? क्या आपके नजदीक ऐसा है? मुझे सिर्फ अपनी बात अगर आप मुकम्मल कर लेते तो उसके बाद इंशाल्लाह फिर आप बात रखिएगा। बहुत ज़्यादा माजरत में आपकी बात काट रहा हूँ। अच्छा, ये तो मैंने आपको बुनियादी बात कहनी थी कि आप थोड़ा सा ना इस हवाले से प्लीज़ सोचें। आप मेरे छोटे भाई हैं, मुझे अल्लाह की रज़ा के लिए इंशाल्लाह आपसे मोहब्बत है, अपने सारे भाइयों से मोहब्बत है, और आप सब बहुत अच्छा काम करते हैं। और मैं बिल्कुल कभी सोच भी नहीं सकता कि यहाँ पे जो पैनल पे मेरे मुसलमान भाई अभी मेरे सामने मौजूद हैं, इनमें से कोई भी ऐसा है कि जो है ना लोगों को दिखावे के लिए करता है जी उसकी। नहीं, मैं नहीं समझता ये बात। मैं समझता हूँ कि हर आदमी आप में से बहुत अच्छी अपनी नीयत से कोशिश कर, अल्लाह ताला सबको कामयाबी दे।
آپ دیکھیں آپ نا میرے سے سوال کر رہے ہیں کہ بتائیں وہ طاہر اسلام سے خارج ہے، فلانا خارج ہے. یار دیکھیں آپ نے کبھی مجھے سنا ہے اس طرح؟ مجھے بڑی باتیں کرنی آتی ہیں، ٹھیک ہے، باتیں کرنا انشاءاللہ اللہ امتیاز بھائی یہ مجھ سے کہہ رہے ہیں کہ یہ کہو، یہ کہہ رہے ہیں مجھے، میں نہیں کہہ رہا، میں اسی لیے تو آپ سے کہہ رہا ہوں کہ مجھے بتائیں. اس کی وجہ ہے، اس کی میں آپ کو وجہ بتاتا ہوں کیا. دیکھیں آپ نے وجہ کو دیکھنا ہے. اس کی وجہ یہ ہے کہ پچھلے تقریباً جب میں نماز کے لیے گیا ہوں تو اس سے پہلے، اب میں درمیان میں نماز پڑھی ہے، میں واپس ابھی تک وہی ٹاپک چل رہا تھا. دیکھیں آپ بلال بھائی خدا کے ایک بات پہ غور کریں. آپ ایک چیز کو جسٹیفائی کر رہے ہیں جس کا آپ کا مقصد ہی نہیں ہے. بھئی آپ جب مرزا جیلمی کے حوالے سے آپ نے کیوں جسٹیفائی کرنا ہے؟ اس کو وجہ کو مقصد ہے آپ کا. آپ کہیں کہ میرے، آپ دیکھیں مسلسل پچھلے آدھے گھنٹے سے آپ ایک بات کو جسٹیفائی کر رہے ہیں، اور میں نے تو آپ کو بتایا کہ میں تو خدا کو گواہ بنا کے یہ بات کہہ رہا ہوں کیونکہ ہمیں تو اللہ کو جواب دینا ہے. آپ غلط بات کو جسٹیفائی کر رہے ہیں. مرزا جیلمی نے الزامی جواب دیا ہے وہاں پہ، کسی کو تو الزامی جواب کہا جاتا ہے، آپ کہتے ہیں اس الزامی جواب دیا ہی نہیں ہے. تو یہ جو ساری چیزیں آپ سے کہی جا رہی ہیں نا، اس کا سبب یہ ہے کہ آپ اس بات کو غلط طور میں نے نہیں کہا کہ اس نے، میں نے نہیں اس کی بات کو دفاع کیا امتیاز بھائی. میں 1000 دفعہ موجود نہیں ہے، یہ بات پچھلے 4 گھنٹے سے میرے ساتھ کی جا رہی ہے. میں نے اتنے تحمل کے ساتھ کسی بندے کے ساتھ بغیر بدتمیزی کی، بڑی ریکویسٹ سے کہا کہ بھائی یہ بھی بات غلط ہے اس کی، یہ بھی بات غلط ہے، وہ جہالت ہے، یہ گمراہی ہے، یہ اس کی. اب اینڈ پہ آگے مجھے کہا میں کوئی جسٹیفیکیشن نہیں دے رہا. اگر میں نے جسٹیفیکیشن دینی ہوتی تو میں تو وہ تعویلیں کر سکتا تھا. میں نے 1000 باتوں پہ کہا کہ وہ بندہ اس بات میں بھی غلط ہے، اس بات میں بھی غلط ہے، اس بات میں بھی غلط ہے. جان بوجھ کے مجھے بار بار اس بات میں انوالو کیا جاتا. حالانکہ میں نے آج تک انجینئر کی کسی بات کا نہ میں نے اس کی تعلیم کا پرچار کیا، نہ میں نے اس کی باتیں کی. میرے ساتھ جان بوجھ کے انٹریکٹ کیا جا رہا ہے اس حوالے سے، حالانکہ میں بات ہی نہیں کرنا. عثمان بھائی آئے 2 گھنٹہ بیٹھے رہے، انہوں نے مجھے کبھی کہا نہیں کہا، کبھی انہوں نے مجھے مرزا کہا، کبھی انہوں نے مجھے کچھ کہا، بری باتیں کہی. میں نے کوئی جواب نہیں دیا ان کا، رسپیکٹ سے انہیں بات کی ہے. اب اینڈ پہ آگے مجھے یہ کہا جا رہا ہے کہ کیا وہ بندے نے یہ بات کی تو وہ دائرہ اسلام کے پاس جا کے نہیں. اب مجھے نہیں آپ سے بالکل بھی، میں جتنی دیر میں نے بات سنی، شیخ بھائی نے آپ سے یہ کہا ہے کہ جو آدمی نبی پاک صلی اللہ علیہ وسلم کی گستاخی کرتا ہے، انہوں نے بالکل واضح کر کے آپ سے بات پوچھی کہ میں آپ سے مرزا جیلمی کا سوال نہیں کر رہا، میں آپ سے جنرل سوال کر رہا ہوں، ٹھیک ہے. لیکن خیر وہ بات سے لمبی ہوتی ہے کہ آپ نے کیا کہا، انہوں نے کیا کہا. دیکھیں بلال بھائی مقصد میرا یہ ہے بات کرنے کا کہ آپ جب اس چیز کو بار بار ریپیٹڈلی آپ ایک بات کر رہے ہیں، آپ نے ریپیٹڈلی بلال بھائی یہ بات کی ہے، میں نے خود سنی ہے. آپ نے کہا ہے کہ مرزا جیلمی نے الزامی جواب نہیں دیا، آپ نے کہا ہے کہ نہیں کہا؟ ہاں بالکل یہ میں نے کہا. تو اس نے الزامی جواب جو دیا ہے اس نے کیا کیا ہے؟ کس بات کی بات کریں مرام؟ جو لاسٹ میں بات ہوئی ہے، میں اس بات کی بات کر رہا ہوں کہ ایک آدمی اس سے آ کے سوال کرتا ہے اس کے غلام قادیانی کی موت کے بارے میں، وہ آگے سے اس کو جواب دیتا ہے کہ تواڈے بزرگاں دی ہنج ہوتا، اس کے بعد وہ مثال دیتا ہے، اور کس صحابی کی مثال وہ دے رہا ہے؟ حضرت بھائی وہ کہہ رہا ہے حضرت ابو عبیدہ بن جراح شہید. اور بھائی بات تو کرنے دو، میں اس کے بعد کو جواب دے دیتا ہوں. سن لے ذرا بات کو پہلے پوری کو، میری بات نہ کاٹیے گا، اس کے بعد آپ بات رکھیے گا اپنی انشاءاللہ. مجھے ایک بات آپ کو پتہ ہے کہ ان کا لقب کیا ابو عبیدہ کا پتہ ہے آپ کو؟ بلال آپ کو پتہ ہے؟ اللہ کے نبی نے فرمایا کہ ہر نبی کا ایک امین ہوتا ہے. میری والدہ اس طرح کا ہے ان کے بارے میں. اس امت کا امین اندازہ کریں، ذرا اندازہ کر لیں کس چیز کے، وہ کس بندے کے بارے میں زبان دراز کر رہے ہیں. یار آپ اس کے دفاع کے تو یہاں پہ بیٹھ کے کر رہے ہو. اللہ کے نبی، میری بات نہ کاٹنا، اللہ کے نبی جناب محمد الرسول اللہ صلی اللہ علیہ وسلم کہتے ہیں کہ ہر امت کا ایک امین ہوتا ہے. اس امت کا امین کون ہے؟ ابو عبیدہ بن جراح. اس کے بارے میں ایک گز کی زبان وہ دراز کر رہا ہے. یار آپ اس کا دفاع کرتے ہوئے بیٹھ کے خدا کا. مجھے ایک بات بتائیں، مجھے میری آخری بات سن لو. اس کے بعد آپ نے کہا جی وہ شہید کہہ رہا ہے، آپ نے کہا وہ شہید کہہ رہا ہے. آپ کو پتہ ہے اس نے کہا ہے کہ میں نے حضرت معاویہ کے ساتھ رضی اللہ تعالیٰ عنہ کہہ کے جو کچھ کر دیا ہے نا، آپ لوگ لانتے پیش کیا وہ نہیں کر سکے. پتہ نا آپ کو اس بات کا؟ یہ اس کا طریقہ ہے، میں آپ کو بتاتا ہوں، یہ سب کو پتہ ہے، یہ اس کا طریقہ واردات ہے یار. بالکل یہ بات اس نے کی ہوئی ہے، صحیح ہے. امتیاز بھائی یہ میرے علم میں نہیں ہے. بلال پلیز ٹھہر جاؤ. دیکھو بلال، ہمارے جذبات، ہماری محبتیں
خدا کی قسم ساری کی ساری ایک ہستی سے منسلک انسانوں میں سے اس ہستی کا نام ہے جناب محمد رسول اللہ صلی اللہ علیہ وسلم. ہمیں بلال سے ایک دینے کا ہمارا کوئی تعلق نہیں جذباتی، نہ شیب سے ہے نہ کسی اور سے ہے. ہمارا تعلق ہمارے آقا مولا کے ساتھ ہے. ہمارے آقا مولا ایک بندے کے بارے میں فرما دے کہ یہ بندہ اس امت کا امین ہے، اس کے بارے میں ایک گز کی زبان دراز کر کے بندہ وہ یہ بات کر دے اور میں اس سے پیار کروں. یار کیسی آپ لوگ وفاداریاں ہیں خدا کے بندوں. امتیاز بھائی یہ بتائیں مجھے کہ آپ کو کس بندے نے کہہ دے کہ مجھے محمد علی انجینئر سے زیادہ محبت ہے رسول اللہ کے مجھ سے زیادہ یا صحابہ سے زیادہ؟ یہ کس نے بتائیں کہ آپ مجھے بتائیں جب اس نے میں بتا رہا ہوں اس نے ابو بیدہ بن جراح شہید کہا ہے. میری بات وہ دوست میں نے آپ کو اس کی مثال نہیں دے دی یار. وہ کہتا ہے کہ میں نے حضرت معاویہ کے ساتھ رضی اللہ تعالیٰ عنہ لگا کے جو کچھ کر دیا ہے نا تم لوگ دانتے بیچ کے وہ نہیں کر سکے. یہ اس کا طریقہ واردات ہے یار. بلال صاحب آپ لاکھ ہوئے پڑے ہیں، اس لاکھ سے باہر نہیں آ رہا ہے اور یہ بڑا عمران صاحب کیوں لفظوں کی گیم کھیل رہے ہیں یار؟ میں اتنے محبت سے بات کروں آپ لوگ کبھی لاکھ کبھی آپ مجھے کچھ کر رہے ہیں مہربانی کریں یہ نہ کریں. اس نے کہا ہے تو میں کہوں گا اس نے کہا ہے. کیسے کہا تو اس نے نہیں کہا بتائیں مجھے یا تو آپ کہیں اس نے نہیں کہا کہ وہ عزت دے رہے ہیں. وہ بات یہ جو کلپ ہے کیا میں نے یہ ویڈیو میں نے کیا یہ نہیں کہا کہ یہ ویڈیو مجھے بھیجے میں مکمل دیکھتا ہوں؟ کیا یہ میرے لفظ تھے کہ نہیں؟ اچھا یار اب ایک اور طریقہ استعمال کر لیتے ہیں بلال صاحب کو سمجھانے کے لیے. بلال صاحب یہ بتائیں مرزا قادیانی صاحب نبی پاک صلی اللہ علیہ وسلم کی تعریفیں کرتا ہے؟ کہاں کہیں جگہ پہ اس نے یہ اس طرح کے لفظ لکھے ہوئے؟ اچھا کیا کیا کہتا ہے نبی پاک صلی اللہ علیہ وسلم کے بارے میں؟ جیسے وہ کہتا ہے جیسے وہ کہتا ہے کہ یہ رسول اللہ صلی اللہ علیہ وسلم کا میں خاک پاں ہوں یا میں صحابہ کا خاک پاں ہوں. کوئی رسول اللہ کے بارے میں اشعار بھی اس نے لکھے. اچھا تو آپ یہ واقعی مانتے ہیں وہ یہ باتیں ساری ٹھیک ہیں اس کی؟ نہیں کیونکہ وہ بالکل نہیں. تو پھر مرزا انجینئر یہ جو دعوے کر رہے ہیں ایک طرف نہیں اس کا تو کفر کھل کے بالکل ہمارے سامنے آ رہا ہے. وہ دائرہ اسلام نے کام کیا. تو اس کا اور کون سا کفر کھول کے آپ کو بتائیں یار مجھے یہ نہیں سمجھ آ رہی. اچھا چلو ٹھیک ہے ساری باتیں آپ کہہ رہے ہیں اس نے شہید کہہ دیا نعوذ باللہ. اس نے جو باقی الفاظ استعمال کیے ہیں صحابی کے لیے الزامی جواب کے اندر جو مرزا قادیانی کے لیے استعمال ہوئے وہ اس نے اسی صحابی کے ساتھ شہید لگا کے اچھا یہ بتائیں مرزا قادیانی نبی پاک صلی اللہ علیہ وسلم کی تعریف کے ساتھ یہ کہہ دیتا تھا میں بھی اس میں شامل ہوں. یار مرزا قادیانی جھوٹا مدعی نے اب دو بندوں کو دینا نا آپس میں ملا دے دونوں کا سٹیٹس ہی ڈیفرنٹ ہے. یہی تو کام ہر کام میں مرزا جیل میں کرتا ہے یار. بات ہوتی ہے مرزا غلام امتیاز بھیا میں کروں کیا یہ بتائیں کہ میرے موبائل کی بیٹری بھی 7% رہے گی کیا کرنا چاہیے یہ بتائیں. میں آپ کو یہ کہہ رہا ہوں دیکھیں بلال بھائی دیکھیں بات وہ ہوتی ہے اگر آپ میرے سگے چھوٹے بھائی بھی ہوتے میں تب بھی آپ یہی بات کہتا. آپ بہت نازک معاملات سے کھیل رہے ہیں اور آپ یا کھیل رہا ہوں یا مجھے میرے منہ میں باتیں ڈالی جا رہی ہیں یا مجھے کارنر کیا جا رہا ہے. کیا سمجھتے ہیں آپ جو پچھلے 4 گھنٹے سے میرے ساتھ کیا جا رہا ہے کارنر کیا جا رہا ہے یا میں جان بوجھ کے مطلب کوئی میرے منہ سے نکلوانا چاہ رہے ہیں جو بندہ دائرہ اسلام سے خارج ہے جو کہ میں نہیں دکھانا چاہتا. بات تو سن لیں آپ میری بات تو سن لیں. میں آپ کو پہلے اس کی میں نے پہلے وجہ بتائی ہے کہ نہیں بتائی ہے. آپ آدھے گھنٹے سے ایک بات کر رہے ہو. آپ کہہ جی مرزا جیل میں نے الزامی جواب نہیں دیا. آپ کیوں یہ بات کرتے ہو؟ کیونکہ میں نے ان سے کہا کہ آپ مجھے ویڈیو مکمل بھیجیں عثمان بھائی. دوسرا میں نے کہا جو میں اس بات سے سمجھا ہوں وہ یہ ہے کہ کسی انسان کا کسی جگہ پہ موت آنا یہ کسی کے سچا یا جھوٹے ہونے کی بات نہیں ہوتی. کوئی علمی بات کرنی ہو رہی ہے. یہ بات سن لیں. سوال یہ آیا تھا سن لیں امتیاز بھائی سن تو لینا. سوال یہ آیا تھا کہ مرزا غلام قادیانی جو ہے وہ واش روم میں سوال یہ ہے ہی نہیں. یہ بات یہی سوال ہوا ہے بالکل نہیں ہے. میں دوبارہ بنوا لیں ویڈیو. یار میری بات تو سن لو بلال. آپ تو بات نہیں کرنے دے رہے یار آج. میں آپ سے میرے پیارے بھائی یہ عرض کر رہا ہوں کہ آپ نے ایک بات کی ہے. آپ نے کہا جی کہ میرے منہ میں الفاظ ڈالے جا رہے ہیں مجھے کارنر کیا جا رہا ہے. میں نے آپ کو اس کا سبب بتایا ہے. میں نے آپ سے کہا ہے کہ یہ جو اتنی بات ہے نا کہ مرزا جیلمی نے الزامی جواب دیا ہے اس کو الزامی جواب ہی کہا جاتا ہے. کہ اعتراض وارد کیا گیا مرزا غلام قادیانی پہ اس نے وہی اعتراض وارد کر دیا صحابی پہ اور آپ کہتے الزامی جواب نہیں دیا. کبھی آپ کہتے میں نے ویڈیو سنی کبھی آپ کہتے کبھی آپ اپنا فتویٰ دے رہے اس الزامی جواب نہیں دیا. میں آپ سے عرض کر رہا ہوں میرے پیارے بھائی کہ اس ٹاپک کو آپ طول دے رہے ہیں. آپ خود اپنے آپ کو اس طرف لے کے جا رہے ہیں. آپ کو کیا ضرورت ہے کہنے کہ اس نے الزامی جواب نہیں دیا جبکہ ہم آپ کو بتا رہے ہیں کہ بھائی ہم اسی کو الزامی جواب کہا جاتا ہے.
अच्छा तो इसलिए एक मिनट, आपने वो वीडियो सुनी है जब ये चल रही थी यहाँ पे? सिर्फ आखिरी बात कर दूं, देखिए मैंने आपको जब मैंने लास्ट टाइम भी जब मैंने नमाज से पहले ज्वाइन किया, मैंने आपको कैटेगरिकली पहले मैंने डिस्क्लेमर दिया, मैंने कहा कि जितनी मैंने ये बात सुनी है, इस एक बात के बारे में जो मैंने सुनी है 10 मिनट लगा के, सिर्फ इस एक बात के बारे में मैं ये कह रहा हूँ कि जो बात यहाँ पे उस्मान भाई कह रहे हैं कि मिर्जा जेलमी ने इल्जामी जवाब दिया है और गलत किया है, जिस हस्ती को अल्लाह के नबी की जुबान से अमीन, इस उम्मत का अमीन कहा जाए ना, खुदा की कसम उस हस्ती के बारे में इतनी जुबान दराज नहीं की जा सकती है। मैं हमारा तो यही ईमान है। तो बात से इतनी सारी है, बाकी ये बात नहीं हो रही है कि वो टेक्निकली मिर्जा गुलाम कादियानी की मौत कहाँ पे हुई, उसको क्या कहना है, वो बात ही नहीं, वो टॉपिक ख्याल से आपने वो वीडियो मुकम्मल सुनी है जो चली थी यहाँ पे? ये इतना बता दें। मुझे लगता नहीं है नहीं, मैं तो सवाल कर रहा हूँ कि जो उनकी वीडियो चली है यहाँ पे, आपने वो मुकम्मल सुनी थी? मैंने सिर्फ आपको देखो बिलाल भाई, मैं समझने से कासिर हूँ कि आप आज किस तरह का रवैया इख्तियार कर रहे हैं यार। मैं आपको भाई मैं तो 1 घंटे से चुप करके बैठा हुआ हूँ, जो कोई आता है मैं सुन रहा हूँ। अब काफी हो गया इस पे, अब छोड़ मेरे देना। मेरा सिर्फ सवाल ये है कि वो वीडियो जो उस्मान क्योंकि भाई लोग भी यही शायद समझ रहे हैं कि हम कोई जबरदस्ती कर रहे हैं बिलाल के साथ। नहीं कोई जबरदस्ती नहीं, आप भाई हैं, सब बड़े भाई हैं। एक मुसलमान का यही तो होता है कि वो दूसरे मुसलमान की फिक्र करता है। नहीं कोई नहीं, आप भाई। बिलाल एक सेकंड ठहरिएगा, लेकिन मेरा ख्याल है बात मेरी ये रिक्वेस्ट है, जितने भी हमारे भाई यहाँ पे बैठे हुए हैं ना, हम सब इस ब्रॉड को छोड़ देते हैं और हम बिल्कुल ये किसी को तासुब नहीं देना चाहते। हमने जितनी बात करनी थी मेरे ख्याल में हमने कर दी है। तो मेरी ये दरख्वास्त काफी, हाँ जी, बहुत ज्यादा बात, बल्कि जरूरत से ज्यादा बात कर दी है, ज्यादा बात कर दी, मैं से एग्री करता हूँ। इसलिए हालांकि ये 10-20 मिनट के अंदर ये बात तय हो जाती है। मतलब अगर कोई बाकी समझने वाला हो, आपने जिस तरह समझाया, या आप मैं मुझसे तो बेहतर ही आप जानते हैं ना, आपका ज्यादा नॉलेज है मुझसे, तो क्या करें। तो अब मेरे ख्याल में शेख भाई, मैं आपकी बात से एग्री करता, मैं भी ब्रॉड को इंशाल्लाह छोड़ देता हूँ। और बिलाल हमारा भाई है, ये बात हम कह के जा रहे, बिलाल हमारा भाई है, हमारे छोटे भाइयों की तरह भाई है तो लगे हुए हैं ना, वरना हमें क्या मतलब कोई डिबेट तो हम करने नहीं आए इससे। या जैसे हम कादियानियों से डिबेट करते हैं, कादियानी को तो हम काफिर समझते हैं, उनसे तो हम डिबेट करते हैं। तो ये तो हमारा मुसलमान भाई है, इसको तो चलो ये हमें समझा दे या हमें से समझा दे, एक ही बात है ना। हाँ बिल्कुल ठीक है। और अपने यहाँ पे ये समझता है हम गलत है, ये हमें समझा दे। जहाँ पे ये सूरत साफात 37 नंबर सूरत है।